ਹੈਲੋ ਗੁੱਡ ਈਵਨਿੰਗ ਮਾਈ ਨੇਮ ਇਜ਼ ਜਗਜੋਤ ਸਿੰਘ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਆਪਣੇ ਇਸ ਚੈਨਲ ਜਗਜੋਤ ਟਿਊਟੋਰੀਅਲ ਦੇ ਵਿੱਚ। ਪਹਿਲਾਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿੰਨਾ ਤੁਸੀਂ ਮਾਣ ਬਖਸ਼ਦੇ ਪਏ ਹੋ ਸਾਡੇ ਇਸ ਚੈਨਲ ਨੂੰ। ਮਾਣ ਤਰੱਕੀਆਂ ਬਖਸ਼ੇ, ਵਾਹਿਗੁਰੂ ਮਿਹਰ ਕਰੇ। ਔਰ ਬੇਟਾ ਜੀ ਅੱਜ ਜੋ ਆਪਾਂ ਪੜ੍ਹਨ ਜਾ ਰਹੇ ਹਾਂ ਉਹ ਹੈ, ਅੱਜ ਦਾ ਟੌਪਿਕ ਹੈ ਸਾਡਾ ਐਪਲੀਕੇਸ਼ਨਸ ਆਫ ਗੌਸ ਥਿਓਰਮ। ਪਿਛਲੀ ਆਪਾਂ ਜੋ ਇੱਕ ਕਲਾਸ ਲਗਾਈ ਸੀ ਉਹਦੇ ਵਿੱਚ ਬੇਟਾ ਜੀ ਅਸੀਂ ਕੀ ਕੀਤਾ ਸੀ, ਅਸੀਂ ਇਲੈਕਟ੍ਰਿਕ ਫਲਕਸ ਔਰ ਉਸ ਤੋਂ ਬਾਅਦ ਗੌਸ ਥਿਓਰਮ ਨੂੰ ਪੜ੍ਹਿਆ ਸੀ। ਗੌਸ ਥਿਓਰਮ ਦੇ ਵਿੱਚ ਅਸੀਂ ਕੀ ਪੜ੍ਹਿਆ ਸੀ, ਗੌਸ ਥਿਓਰਮ ਨੂੰ ਚੰਗੀ ਤਰ੍ਹਾਂ ਡਿਸਕ੍ਰਾਈਬ ਕੀਤਾ, ਕਿਵੇਂ ਕੁਇਲਮਸ ਲਾਅ ਦੇ ਤੋਂ ਐਕਸਪਲੇਨ ਹੁੰਦਾ ਹੈ, ਕਿਵੇਂ ਉਹਦੀ ਵੈਰੀਫਿਕੇਸ਼ਨ ਹੁੰਦੀ ਹੈ, ਗੌਸ ਥਿਓਰਮ ਦੀ ਸਟੇਟਮੈਂਟ ਕੀ ਸੀ। ਠੀਕ ਹੈ, ਇਹ ਸਭ ਚੀਜ਼ਾਂ ਅਸੀਂ ਪਿਛਲੇ ਟੌਪਿਕ ਦੇ ਵਿੱਚ ਕਵਰ ਅਪ ਕੀਤੀਆਂ ਸੀ। ਅੱਜ ਅਸੀਂ ਜੋ ਪੜਾਂਗੇ ਉਹ ਹੈ ਇਹਦੇ ਐਪਲੀਕੇਸ਼ਨਸ, ਮੀਨਸ ਇਹ ਕਿੱਥੇ ਕਿੱਥੇ ਯੂਜ਼ ਹੋ ਰਿਹਾ ਹੈ। ਸੋ ਉਹਦੇ ਲਈ ਦੇਖਿਆ ਜਾਵੇ ਬੇਟਾ ਕਿ ਕਿਹੜੀ ਵਰਕਿੰਗ ਹੈ, ਕਿਉਂਕਿ ਇਸ ਦੇ ਬੇਸਡ ਸਾਡੇ ਕੋਲ ਨੂਮੈਰੀਕਲ ਆਏਗਾ ਪੇਪਰ 'ਚ। ਠੀਕ ਹੈ, ਜਾਂ ਐਪਲੀਕੇਸ਼ਨ ਦੇ ਵਿੱਚ ਜੋ ਆਏਗਾ ਉਹ ਡਰਾਈਵ ਕਰਨੀ ਆ ਸਕਦੀ ਹੈ, ਇਹ ਕੋਈ ਵੀ ਡੈਰੀਵੇਸ਼ਨ ਆ ਸਕਦੀ ਹੈ ਇਸ ਗੌਸ ਥਿਓਰਮ ਦੀ ਐਪਲੀਕੇਸ਼ਨ ਦੀ। ਕਿਸੇ ਵੀ ਕੋਈ ਸਾਡੇ ਕੋਲ ਜੋ ਵਾਇਰ ਹੈ ਉਹ ਕਿਸੇ ਵੀ ਤਰੀਕੇ ਦਿੱਤੀ ਹੋ, ਕੋਈ ਵਾਇਰ ਦਿੱਤੀ ਹੋ ਸਕਦੀ, ਕੋਈ ਸਰਫੇਸ ਦਿੱਤਾ ਹੋ ਸਕਦਾ ਹੈ। ਠੀਕ ਹੈ, ਉਸ ਦੇ ਰਿਗਾਰਡਿੰਗ ਆਪਾਂ ਚੀਜ਼ਾਂ ਕਰਨੀਆਂ ਨੇ। ਸੋ ਸਭ ਤੋਂ ਪਹਿਲੀ ਐਪਲੀਕੇਸ਼ਨ ਜੋ ਅੱਜ ਆਪਾਂ ਕਰਾਂਗੇ, ਬੇਸਿਕਲੀ ਬੇਟਾ ਇਹਦੇ ਵਿੱਚ ਸਾਡੇ ਕੋਲ 5 ਐਪਲੀਕੇਸ਼ਨਸ ਨੇ, ਜਿਨ੍ਹਾਂ ਚੋਂ ਮੇਨ ਆਪਣੇ ਕੋਲ 3 ਕੀ ਹੋਣਗੀਆਂ ਅੱਜ ਦੇ ਦਿਨ 'ਚ, ਕਿਉਂਕਿ ਲੈਕਚਰ ਫਿਰ ਅਪਰੋਕਸੀਮੇਟਲੀ ਹਾਫ ਐਨ ਆਵਰ ਦਾ ਹੋ ਜਾਂਦਾ ਆ। ਸੋ ਬਾਕੀ ਜੋ ਐਪਲੀਕੇਸ਼ਨਸ ਰਹਿ ਜਾਣਗੀਆਂ ਉਹ ਅਸੀਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਠੀਕ ਹੈ, ਸੋ ਆਪਣੇ ਕੋਲ ਜੋ ਐਪਲੀਕੇਸ਼ਨਸ ਹੈ, ਸਭ ਤੋਂ ਫਸਟ ਨੰਬਰ ਜੋ ਐਪਲੀਕੇਸ਼ਨ ਹੈ ਬੇਟਾ ਉਹ ਹੈ ਇਲੈਕਟ੍ਰਿਕ ਫੀਲਡ due to a uniformly charged straight wire। ठीक है, कंडक्टर कितना है, पहले गॉस थ्योरम ਨੂੰ ਥੋੜਾ ਜਿਹਾ ਪੜ੍ਹ ਲਈਏ। ਪੁਰਾਣਾ ਕੀ ਚੀਜ਼ ਸੀ ਗੌਸ ਥਿਓਰਮ ਦੇ ਵਿੱਚ, ਸਾਡੇ ਕੋਲ ਬੇਟਾ ਗੌਸ ਥਿਓਰਮ ਸੀ total electric flux through any closed surface is equals to closed surface integral of electric field equals to total charge enclosed by that surface divided by epsilon naught। epsilon naught is permittivity in free space। ਸੋ ਆਹ ਚੀਜ਼ਾਂ ਸੀ ਸਾਡੇ ਕੋਲ, ਔਰ ਇਹਦੇ ਵਿੱਚ ਵੀ ਇੱਕ ਵਾਰ ਥੋੜਾ ਜਿਹਾ ਫਿਰ ਡਿਸਕ੍ਰਾਈਬ ਕਰ ਲਈਏ ਕੀ ਕਹਿਣਾ ਕੀ ਚਾਹ ਰਿਹਾ ਇਹਦੇ ਵਿੱਚ। ਉਹ ਕਿ ਕੋਈ ਸਾਡੇ ਕੋਲ ਕਲੋਜ਼ਡ ਸਰਫੇਸ ਆ, ਉਸ ਦੇ ਵਿੱਚ ਜਿੰਨਾ ਵੀ ਚਾਰਜ ਪਿਆ ਹੋਏਗਾ, ਕਿਤੇ ਵੀ ਪਿਆ ਹੋਏਗਾ, ਠੀਕ ਹੈ, ਉਹ ਚਾਰਜ ਕਿਤੇ ਵੀ ਪਿਆ ਹੋਏਗਾ ਉਹਦੀ ਫਲਕਸ ਓਨੀ ਹੀ ਹੋਏਗੀ, ਚਾਹੇ ਸੈਂਟਰ ਤੇ ਚਾਰਜ ਪਿਆ ਹੋਵੇ, ਸਾਈਡ ਤੇ ਪਿਆ ਹੋਵੇ। ਮੀਨਸ ਟੋਟਲ ਨੰਬਰ ਆਫ ਫੀਲਡ ਲਾਈਨਸ ਇੱਕੋ ਜਿੰਨੀਆਂ ਹੀ ਹੋਣਗੀਆਂ, ਉਹ ਕਾਂਸਟੈਂਟ ਰਹੇਗੀ। ਔਰ ਉਹੀ ਤਾਂ ਹੈ, ਆਪਾਂ ਨੰਬਰ ਆਫ ਫੀਲਡ ਲਾਈਨਸ ਹੀ ਤਾਂ ਹੈ ਜਿਹੜੀ ਆਪਾਂ ਫਲਕਸ ਦੇਖਣੀ ਹੁੰਦੀ, ਉਹ ਕੀ ਹੈ, ਫਲਕਸ ਇਕੁਅਲਸ ਟੂ 1 by epsilon naught the total charge enclosed by that closed surface। ਸੋ ਆ ਸਾਡੇ ਕੋਲ ਕਲੋਜ਼ ਸਰਫੇਸ ਦੇ ਵਿੱਚ ਕੋਈ ਚਾਰਜ ਪਿਆ ਹੋਊਗਾ ਔਰ ਉਸ ਤੋਂ ਇਲੈਕਟ੍ਰਿਕ ਫੀਲਡ ਲਾਈਨਸ ਜੋ ਬਾਹਰ ਨੂੰ ਨਿਕਲਦੀਆਂ ਹੋਣਗੀਆਂ, ਉਹ ਕਹਿ ਰਿਹਾ ਆ ਉਹ ਨੰਬਰ ਆਫ ਫੀਲਡ ਲਾਈਨਸ ਮੀਨਸ ਆਫ ਫਲਕਸ ਇਕੁਅਲਸ ਟੂ ਕਿਹਦੇ ਬਰਾਬਰ ਹੋਏਗੀ, ਚਾਰਜ ਡਿਵਾਈਡਡ ਬਾਈ epsilon naught। ਠੀਕ ਹੈ, ਚੇਤਾ ਰੱਖਣਾ ਕਿ ਜੋ ਫਲਕਸ ਕਾਊਂਟ ਕੀਤੀ ਜਾ ਰਹੀ ਹੈ ਉਹ ਕਿਹਦੇ ਕਰਕੇ ਕੀਤੀ ਜਾ ਰਹੀ ਹੈ, ਉਸ ਕਲੋਜ਼ਡ ਸਰਫੇਸ ਦੇ ਵਿੱਚ ਜਿਹੜਾ ਚਾਰਜ ਪਿਆ ਹੋਏਗਾ ਉਸ ਦੇ ਕਰਕੇ, ਬਾਹਰ ਦੇ ਕਰਕੇ ਨਹੀਂ। ਕਿਉਂਕਿ ਇਹ ਚੀਜ਼ਾਂ ਅਸੀਂ ਪਿਛਲੇ ਵਾਲੇ ਲੈਕਚਰ ਦੇ ਵਿੱਚ ਵੈਰੀਫਿਕੇਸ਼ਨ ਦੇ ਵਿੱਚ ਕਲੀਅਰ ਕਰ ਚੁੱਕੇ ਹੋਏ ਆ। ਜੋ ਸਾਨੂੰ ਰੀਸੈਂਟਲੀ ਜੁਆਇਨ ਕਰ ਚੁੱਕੇ ਨੇ ਬੱਚੇ, ਜਿਹਨਾਂ ਹੁਣੇ ਜੁਆਇਨ ਕੀਤਾ, ਉਹ ਇੱਕ ਵਾਰ ਸਾਡਾ ਉਹ ਪਿਛਲੇ ਵਾਲਾ ਟੌਪਿਕ ਗੌਸ ਥਿਓਰਮ ਵਾਲਾ ਚੰਗੀ ਤਰ੍ਹਾਂ ਪੜ੍ਹ ਕੇ ਆਉਣ, ਕਿਉਂਕਿ ਉਹਦੇ ਵਿੱਚ ਇਹ ਵੈਰੀਫਿਕੇਸ਼ਨ ਅੱਛੇ ਤਰੀਕੇ ਨਾਲ ਕੀਤੀ ਹੋਈ ਹੈ। और देखिए बेटा हम ਇਹਦੇ ਵਿੱਚ ਕਹਿਣਾ ਕੀ ਚਾਹ ਰਿਹਾ ਹੈ, ਅਸੀਂ ਸਾਡੇ ਕੋਲ ਜੋ ਆਪਾਂ ਗੌਸ ਥਿਓਰਮ ਔਰ ਗੌਸ ਥਿਓਰਮ ਦੀ ਐਪਲੀਕੇਸ਼ਨ ਜੋ ਸਾਡੇ ਕੋਲ यूनिफॉर्मली कोई चार्ज्ड स्ट्रेट वायर है, कोई यूनिफॉर्मली चार्ज्ड स्ट्रेट वायर है, और है भी क्या, स्ट्रेट वायर है जिहदी लेंथ की है इनफाइनाइट। ठीक है, इलेक्ट्रिक फील्ड ड्यू टू अ यूनिफॉर्मली चार्ज्ड इनफाइनाइट स्ट्रेट वायर मीन्स जो ये वायर है इसके ऊपर ਅਸੀਂ ਮੰਨ ਲੈਂਦੇ ਆ ਪੋਜ਼ਿਟਿਵ ਚਾਰਜ ਹੈ ਜਾਂ ਨੈਗੇਟਿਵ ਚਾਰਜ ਹੈ। ਬਸ ਸਟਾਰਟਿੰਗ ਤੇ ਪੋਜ਼ਿਟਿਵ ਚਾਰਜ ਕਾਊਂਟ ਕਰਕੇ ਚੱਲਦੇ ਆ, ਔਰ ਅਗਰ ਨੈਗੇਟਿਵ ਹੁੰਦਾ ਤਾਂ ਕੀ ਹੁੰਦਾ, ਉਸ ਦਾ ਚੀਜ਼ ਦਾ ਰਿਜ਼ਲਟ ਅਸੀਂ ਸਪੈਸ਼ਲ ਕੇਸ ਦੇ ਵਿੱਚ ਕਰ ਲਾਂਗੇ। और इसकी जो लेंथ है ना बेटा वो कितनी है,
ਇਨਫਿਨਿਟੀ ਇਸ ਪਾਸੇ ਨੂੰ ਹੈ, ਇਨਫਿਨਿਟੀ ਇਸ ਪਾਸੇ ਨੂੰ, ਮੀਨਸ ਉਹ ਬਹੁਤ ਲੰਬੀ ਹੈ, ਬਹੁਤ ਜ਼ਿਆਦਾ ਲੰਬੀ ਲੈਂਥ ਹੈ ਉਹਦੀ, ਇਨਫਾਈਨਾਈਟ। ਉਹ ਕਹਿ ਰਿਹਾ ਇਸ ਇਨਫਾਈਨਾਈਟ ਜਿਹੜੀ ਸਟ੍ਰੇਟ ਵਾਇਰ ਆ ਸਾਡੇ ਕੋਲ, ਇਸ ਦੀ ਇਲੈਕਟ੍ਰਿਕ ਫੀਲਡ ਕਿੰਨੀ ਹੋਏਗੀ, ਔਰ ਉਸ ਚੀਜ਼ ਨੂੰ ਫਾਈਂਡ ਕਰਨ ਵਾਸਤੇ ਅਸੀਂ ਕਿਸ ਚੀਜ਼ ਦੀ ਹੈਲਪ ਲਵਾਂਗੇ, ਗੌਸ ਥਿਊਰਮ ਦੀ। ਠੀਕ ਹੈ ਜੀ, ਸੁਣੋ ਬੇਟਾ। ਔਰ ਗੌਸ ਥਿਊਰਮ ਦੀ ਜਦੋਂ ਕਦੀ ਵੀ ਹੈਲਪ ਲੈਣੀ ਹੈ ਤਾਂ ਪਹਿਲੇ ਸਭ ਤੋਂ ਪਹਿਲਾਂ ਕੀ ਕਰਨਾ ਪੈਣਾ, ਗੌਸੀਅਨ ਸਰਫੇਸ ਲੈ ਕੇ ਚੱਲਣਾ ਪੈਣਾ। ਗੌਸੀਅਨ ਸਰਫੇਸ ਕਿੱਦਾਂ ਦਾ ਲੈਣਾ ਆ, ਉਸ ਚੀਜ਼ ਵਾਸਤੇ ਸਾਨੂੰ ਕਿਸ ਚੀਜ਼ ਦੇ ਉੱਪਰ ਧਿਆਨ ਰੱਖਣਾ ਪੈਣਾ ਕਿ ਜੋ ਚਾਰਜ ਹੈ ਉਹ कैसा है। अगर पॉइंट चार्ज है, पॉइंट चार्ज मीन्स सर्कुलर जी शेप, स्फेरिकल जी शेप, ठीक है। तो उस दे आले दुआले गॉसियन सरफेस जिहड़ा लओगे तुसी वो भी उसे तरीके उसे दी सिमेट्री वर्गा होना चाहिए। सो दे आले दुआले आपां गॉसियन सरफेस भी की ले लिया, स्फेरिकल ले लिया, ठीक है। अगर साडे कोल जिहड़ी वायर आ, इत्थे जो वायर आ सानू पता लग जाए, अगर मैं इसकी डायमेंशन सरफेस बिल्कुल जीरो मान लवां, मीन्स इस दी सिर्फ ते सिर्फ लेंथ ही है साडे कोल। अगर कली लेंथ होवे तो इसका मतलब है शेप कैसी है, सिलेंड्रिकल शेप है। सो ऐसी वायर वास्ते आप गॉसियन सरफेस भी कैसा लवांगे, सिलेंड्रिकल शेप, ठीक है। अगर स्फेरिकल शेप का साडे कोल कंडक्टर होवे तो आप गॉसियन सरफेस भी स्फेरिकल। असी हमेशा गॉसियन सरफेस ऐसा लेना बेटा जिहदे नाल के साडी जिहड़ी प्रॉब्लम है वो आसान हो सके, जो भी असी इंप्लीमेंट करके स्टार्ट करनी है, ठीक है। जैसा भी क्वेश्चन आवेगा उसका गॉसियन सरफेस हमेशा आप ऐसा लेना है जिहड़ा कि साडे जो क्वेश्चन होएगा उसका आंसर जिहड़ा है वो सोल्यूशन जिहड़ा है वो आसान कर सके। और ये हुण वायर कैसी है, सिलेंड्रिकल शेप। सो इहदे आले दुआले आप गॉसियन सरफेस जिहड़ा ले रहे हो भी कैसा ले रहे हैं, सिलेंड्रिकल। कैसा हो गया, सिलेंड्रिकल, ठीक है। वायर जिहड़ी है बहुत लंबी है, सो गॉसियन सरफेस जिहड़ा लिया वो कैसा लिया, सिलेंड्रिकल लिया है जिसकी कुछ लेंथ है, ठीक है। और क्लोज्ड है, इधरों भी सारे पासों तो क्लोज्ड है, ठीक है। ओपन नहीं किसी पासों भी, क्लोज्ड है मींस क्लोज्ड मींस इधर सरफेस है, इधर सरफेस है, और इस दे अंदरले पासे की है कुछ चार्ज है। और वो चार्ज कैसा है, और चार्ज कैसा है, वो चार्ज है ए वाली लाइन, ए स्ट्रेट वायर, इस दे ऊपर चार्ज है, ठीक है। हुण अभी थोड़ा जिहा चेता करिए असी एक्टिविटी जो साडे कोल प्रॉपर्टीज सी कादियां, इलैक्ट्रिक फील्ड लाइन्स दियां, उसकी प्रॉपर्टीज दे विच एक प्रॉपर्टी बहुत अच्छी है, वो की है कि जो सरफेस है उस सरफेस तो हमेशा इलैक्ट्रिक फील्ड लाइन्स किवें स्टार्ट होंदी है, उस तो परपेंडिकुलरली। चेता होवे एक बार जाके इत्थे पॉज करो इस वीडियो नूं ते जाके वो वाली जिहड़ी प्रॉपर्टी है उसमें एक बार रीड आउट करके आओ, फिर दोबारा वापस आओ कि हमेशा जो चार्ज होगा, जो चार्ज कंडक्टर है किसी भी शेप का है, अगर असं मान लिया पॉजिटिव है तो इस तो हमेशा इलैक्ट्रिक फील्ड लाइन्स किवें निकल के चलदियां ने, परपेंडिकुलरली, मींस परपेंडिकुलरली ही हमेशा फील्ड लाइन्स जादियां ने। और अगर नेगेटिव चार्ज होवे तो परपेंडिकुलरली ही आदियां ने, इस तक पहुंचदियां ने, ठीक है। ये थोड़ी बेसिक चीज़ें ने बेटा, इसलिए थोड़ा या पीछे चलो इलैक्ट्रिक फ्लक्स हो, क्योंकि असं इलैक्ट्रिक फ्लक्स तो स्टार्ट किया है। सो बेसिकली वो 2-4 टॉपिक जिहड़े पिछले ने उसनूं तुसीं कवर अप करके साडे नाल जुड़ो, और अगे असीं लगातार कंटिन्यू चलांगे क्लासेस दे विच। पॉजिटिव चार्ज है, सो इसका मतलब ये जो वायर आ इस दे सरफेस तो जो इलैक्ट्रिक फील्ड लाइन्स निकलनी चाहिए वो कैसी होनी चाहिए ने, परपेंडिकुलर, क्लियर। और परपेंडिकुलर निकलनी चाहिए इसका मतलब ये जो वायर है इस वायर तो परपेंडिकुलर का मतलब किधर होया जी, इस वाले पासे नूं भी हो सकती है, इस वाले पासे नूं भी हो सकती है। और जो वायर है वो इदा है, ठीक है ना, वायर इस शेप है। इस शेप का मतलब की होया, जे मैं इस शेप नूं तुहानूं विखाउणा चाहां तो इदा दी होगी, ठीक है ना। इदा शेप सी, इस शेप तो ऊपर नूं इधर नूं ते इधर नूं या उधर नूं भी निकलनी चाहिए। सो इसका मतलब ऐसा रखा जाए इधर नूं इस पासे नूं सारे पासे निकल गया। जे इदा विखा रहा तो मैं इदा ही अगर बना देवां इहदे उपर तो तुहानूं एक ही लभदा, एक पॉइंट लभदा होगा सीधा सीधा। सो उस कंडक्टर कुछ इदा दा है, इस प्लेन तो परपेंडिकुलर तुहाडे वाले पासे नूं है, तो किस तरीके दे नाल फील्ड लाइन्स निकलदियां होणगियां, इस तरीके नाल। समझे बात, मेरा कहने का मतलब की है। सो फील्ड लाइन्स इस जो चार्ज कंडक्टर है इस तो किवें निकलदियां पईयां ने, परपेंडिकुलरली। कि वो फील्ड लाइन्स बेटा जी इस चार्ज कंडक्टर तो इस पासे नूं निकल गया या इस पासे नूं निकल गया, जरा सोचो फिर जवाब देना है
ਕੀ ਕੰਡੀਸ਼ਨ ਸੀ, ਸਰਫੇਸ ਤੋਂ ਪਰਪੈਂਡੀਕੂਲਰ ਨਿਕਲਣੀਆਂ ਚਾਹੀਦੀਆਂ। ਸਰਫੇਸ ਕਿੱਧਰ ਨੂੰ ਬੇਟਾ, ਸਰਫੇਸ ਤਾਂ ਐਸਾ ਹੈ ਔਰ ਕਿੱਥੋਂ ਤੱਕ ਆ, ਇਨਫਿਨਿਟੀ ਤੱਕ ਆ। ਕਾਊਂਟ ਕਿਹਦੇ ਵਿੱਚ ਕਰਨਾ ਆ, ਇਸ ਕਲੋਜ਼ਡ ਸਰਫੇਸ 'ਚ, ਤੇ ਲਗਾਤਾਰ ਇਹ ਸਰਫੇਸ ਇਸ ਪਾਸੇ ਨੂੰ ਜਾ ਰਿਹਾ ਹੈ। ਸੋ ਇਸ ਪਾਸੇ ਨੂੰ ਜਾ ਰਿਹਾ ਹੈ ਤਾਂ ਇਸ ਤੇ ਆਪਾਂ ਇਧਰ ਨੂੰ ਥੋੜੇ ਨਾ ਇਲੈਕਟ੍ਰਿਕ ਫੀਲਡ ਲਾਈਨਸ ਲਵਾਂਗੇ, ਜਿਸ ਪਾਸੇ ਨੂੰ ਸਰਫੇਸ ਆ ਉਧਰ ਨੂੰ ਥੋੜੀ ਲਵਾਂਗੇ, ਕਿਉਂਕਿ ਇਹ ਕਿੱਥੋਂ ਤੱਕ ਐਕਸਟੈਂਡ ਆ, ਇਨਫਿਨਿਟੀ ਤੱਕ। ਸੋ ਇਹਦਾ ਮਤਲਬ ਸਾਈਡਾਂ ਵਾਲੇ ਕੇਸ ਦੇ ਉੱਪਰ ਤੱਕ ਕੁਝ ਵੀ ਨਹੀਂ ਆਏਗੀ ਇਲੈਕਟ੍ਰਿਕ ਫੀਲਡ। ਗੱਲ ਪੱਲੇ ਪਈ, ਇੱਕ ਵਾਰੀ ਮੈਂ ਫੇਰ ਦੁਬਾਰਾ ਡਿਸਕ੍ਰਾਈਬ ਕਰਨ ਲੱਗਾ। ਇਹ ਕਿੱਥੋਂ ਤੱਕ ਐਕਸਟੈਂਡ ਹੋਇਆ ਪਿਆ, ਇਨਫਿਨਿਟੀ ਤੱਕ। ਇਸ ਕਲੋਜ਼ਡ ਸਰਫੇਸ ਦੇ ਵਿੱਚ ਇੱਥੇ ਤੱਕ ਐਂਡ ਖਤਮ ਹੋ ਗਿਆ। ਇਹਦੇ ਵਿੱਚ ਜਿਹੜਾ ਚਾਰਜ ਸੀ ਉਸ ਦੀ ਇਲੈਕਟ੍ਰਿਕ ਫੀਲਡ ਆਪਾਂ ਪਤਾ ਕਰਦੇ ਹਾਂ, ਕਿਉਂ, ਕਿਉਂਕਿ ਅਸੀਂ ਉਸ ਇਲੈਕਟ੍ਰਿਕ ਫੀਲਡ ਤੱਕ ਪਹੁੰਚਣ ਵਾਸਤੇ ਪਹਿਲਾਂ ਕਿੱਥੇ ਜਾਵਾਂਗੇ, ਫਲਕਸ ਤੇ ਜਾਵਾਂਗੇ। ਸੋ ਇਸ ਕਲੋਜ਼ਡ ਸਰਫੇਸ ਦੇ ਵਿੱਚ ਜਿਹੜੀ ਫਲਕਸ ਹੋਏਗੀ, ਔਰ ਫਲਕਸ ਵਾਸਤੇ ਕੀ ਹੋਣਾ ਚਾਹੀਦਾ, ਇਲੈਕਟ੍ਰਿਕ ਫੀਲਡ ਲਾਈਨਸ ਔਰ ਜਿਹੜਾ ਸਰਫੇਸ ਆ ਉਹਨਾਂ ਦੋਹਾਂ ਦੇ ਵਿਚਕਾਰ ਦਾ ਐਂਗਲ ਦੇਖਿਆ ਜਾਂਦਾ ਆ। ਅਗਰ ਸਰਫੇਸ ਜਿਹੜਾ ਆ ਉਸ ਦਾ ਏਰੀਆ ਵੈਕਟਰ ਔਰ ਇਲੈਕਟ੍ਰਿਕ ਫੀਲਡ ਲਾਈਨ ਸੇਮ ਪਾਸੇ ਨੂੰ ਹੋਣਗੀਆਂ ਤਾਂ ਜਾ ਕੇ ਸਾਡੇ ਕੋਲ ਕੀ ਨਿਕਲ ਕੇ ਆਉਂਦਾ, ਫਲਕਸ। ਸੋ ਆਪਾਂ ਨੂੰ ਫਲਕਸ ਆ ਜਾਊਗੀ ਤੇ ਫਲਕਸ ਤੋਂ ਬਾਅਦ ਅਸੀਂ ਇਲੈਕਟ੍ਰਿਕ ਫੀਲਡ ਤੇ ਪਹੁੰਚਾਂਗੇ। ਸੋ ਇਧਰਲੇ ਪਾਸੇ ਨੂੰ ਲਗਾਤਾਰ ਸਰਫੇਸ ਜਿਹੜਾ ਆ ਉਹ, ਸਰਫੇਸ ਮੀਨਸ ਇਹ ਜੋ ਵਾਇਰ ਹੈ ਇਹ ਐਕਸਟੈਂਡ ਹੁੰਦੀ ਜਾ ਰਹੀ, ਲਗਾਤਾਰ ਚੱਲਦੀ ਜਾ ਰਹੀ ਹੈ। ਸੋ ਇਸ ਵਾਇਰ ਦਾ ਬੇਟਾ ਪਰਪੈਂਡੀਕੂਲਰਲੀ ਕੀ ਬਣਦਾ, ਇਧਰਲਾ ਜਾਂ ਇਧਰ ਨੂੰ ਤੇ ਜਾਂ ਟੂਵਰਡਸ ਦੀ ਬੋਰਡ। इधर ਨੂੰ ਤਾਂ ਸਰਫੇਸ ਜਾ ਰਿਹਾ, ਤਾਂ ਸਰਫੇਸ ਵਾਲੇ ਪਾਸੇ ਨੂੰ ਥੋੜੀ ਨਾ ਇਲੈਕਟ੍ਰਿਕ ਫੀਲਡ ਲਾਈਨਸ ਹੋਏਗੀ, ਉਹ ਤਾਂ ਪਰਪੈਂਡੀਕੂਲਰ ਹੋਣੀ ਚਾਹੀਦੀ ਹੈ। ਕਿਉਂ, ਕਿਉਂਕਿ ਸਰਫੇਸ ਤੋਂ ਹਮੇਸ਼ਾ ਕੈਸੀ ਹੁੰਦੀ ਹੈ, ਪਰਪੈਂਡੀਕੂਲਰ। ਤੇ ਜੇ ਆਪਾਂ ਇਧਰ ਦੀ ਕਾਊਂਟ ਕਰਦੇ ਹਾਂ ਤੇ ਇਧਰ ਨੂੰ ਤਾਂ ਬੇਟਾ ਆਪਾਂ ਨੂੰ ਇਨਫਿਨਿਟੀ ਤੱਕ ਜਾਣਾ ਪੈਣਾ। ਸੋ ਇਨਫਿਨਿਟੀ ਮੀਨਸ ਅਨਗਿਨਤ ਲੈਂਥ, ਬਹੁਤ ਦੂਰ ਤੱਕ। ਠੀਕ ਹੈ, ਸੋ ਇਸ ਵਾਲੇ ਪਾਸੇ ਨੂੰ ਕੀ ਕਰਤਾ, ਐਲੀਮੀਨੇਟ। ਸਾਡੇ ਕੋਲ ਕਿਹੜਾ ਪਾਸਾ ਆਇਆ ਬੇਟਾ, ਜਾਂ ਉੱਪਰ ਵਾਲਾ ਜਾਂ ਨੀਚੇ ਵਾਲਾ, ਜਾਂ ਇਧਰ ਨੂੰ ਤੇ ਜਾਂ ਉਸ ਪਾਸੇ ਨੂੰ। ਸੋ ਇਸ ਦਾ ਮਤਲਬ ਆ ਇੱਕ ਸਰਫੇਸ 1, ਆ ਸਰਫੇਸ 2, ਆ ਸਰਫੇਸ तीसरा कर्व सरफेस। सो टोटल फ्लक्स की आ गई जी, सरफेस 1 दी फ्लक्स, सरफेस 2 दी फ्लक्स ते सरफेस 3 दी फ्लक्स। 1 दी सरफेस फ्लक्स कोई आई, क्योंकि इलेक्ट्रिक फील्ड लाइंस किधर नु है, इस पासे नु तो है ही नहीं। समझे बात, इधर नु एरिया है, ये पहले सरफेस का आउटवर्ड एरिया लेना, इस सरफेस तो वो इस पासे होया, बट ये इस पासे में कोई इलेक्ट्रिक फील्ड लाइंस है नहीं है। फील्ड लाइंस किधर नु है, ऊपर नु है। दोहां दे विचकार एंगल की बनदा पिया है, ई। और ए सरफेस पूरा पूरा केड़ा होया, क्लोजली मैं सारे वास्ते इकट्ठे गल करदा पिया। ये पूरा पूरा सरफेस है, एरिया ए, आ सारा ए, इधर पासे नु सारा ए। इन्हां दोहां दे विचकार दा एंगल कोई बनया, cos कितना बन रहा जी, 90 डिग्री। cos 90 की वैल्यू 0 प्लस दूसरा सरफेस, इलेक्ट्रिक फील्ड लाइंस ऊपर नु है, सरफेस वेक्टर इस पासे नु होएगा, इस सरफेस दूसरे सरफेस दा। सो इहदे विच भी की e a ते cos 90। थर्ड सरफेस साडे कोल किहड़ा है, उस दे विच e a और दोहां दे विचकार दा एंगल, थर्ड सरफेस किहड़ा a वाला, दोहां दे विचकार एंगल है e भी इस पासे नु, और एक कर्व्ड सरफेस है। सो कर्व्ड सरफेस दा एरिया वेक्टर भी उसी पासे नु आ रहा है, उस सरफेस तो। कर्व्ड सरफेस मींस इधर कर्व्ड सरफेस है, ए सरफेस दा एरिया वेक्टर कितना होगा, बाहर नहीं होएगा ना, क्योंकि आउटवर्ड साइड वाले पासे नु आपां काउंट करना हुंदा सरफेस वेक्टर नु। सो दोहां दे विचकार दा एंगल cos 0 डिग्री। अब पूरा पूरा 0 हो गया, अब पूरा पूरा 0 हो गया, और नीचे वाले पासे इधर की आ गया e into a। एरिया हुण की हुंदा, तुसीं दसो मैनूं, सिलेंडर दा बेटा कर्व सरफेस एरिया P into 2 pi r into L। r क्या है, r है इहदा रेडियस, L है इहदी लेंथ। इस पासे की आ गई फ्लक्स, फ्लक्स किदे बराबर है, Q अपॉन एप्सिलॉन नॉट। क्यों की होगा, टोटल इहदे ऊपर चार्ज, चार्ज किदे ऊपर है, लाइन दे ऊपर। लाइंस, लाइन इंटैग मींस अपने को लाइन चार्ज डिस्ट्रीब्यूशन है। सो की होती है, लैम्डा किवें है, यूनिफॉर्मली है। सो देयरफॉर चार्ज अपॉन लेंथ, चार्ज की आ गया लैम्डा इनटू लेंथ। आओ इथे दोबारा वापस, चार्ज आ गया बेटा जी साडे कोल लैम्डा इंटू लेंथ। चार्ज कर दिए इथे फिल, की बन रहा है देखो जल्दी इसनू, इस तो बाद बेटा मैंने इथे कर रहा,
चार्ज आ गया साढ़े को लैम्डा इंटू लेंथ अपॉन एप्सिलॉन नॉट इक्वल्स टू ई 2 पाई आर एल एल नाल एल गया साढ़े को की रह गया इलेक्ट्रिक फील्ड फिर किस दे बराबर आ रही है लैम्डा अपॉन 2 पाई आर एप्सिलॉन नॉट। चेक करो एक बार इसनू ठीक आ रहा एक बार इसनू जेड़ा देख लो हुण दोबारा फिर बोलदा मैं किदा किदा वर्किंग हुई है। कर्व सरफेस एरिया 2 पाई आर एल ठीक है 2 पाई आर एल आ गया साडे कोल उसनू आपां कर दिता फिल कर रहे हैं 2 पाई आर एल का मतलब की होया कर्व सरफेस एरिया का 2 पाई आर एल का मतलब की होया देखो ये जो है साडे कोल ये सरफेस ठीक है ये सरफेस सिलेंड्रिकल है मींस इस तो लेके इथों तक पाई इथों तक 2 पाई ठीक है ना मींस आ की हो गया सरकमफ्रेंस होता सो की हो गया 2 पाई आर ते ए इधर नु ते इधर नु भी है सो 2 पाई आर किथों लेके किथों तक जाना चाहिए इस एल तो लेके उधर तक सो पूरा की हो गया 2 पाई आर एल सो पूरा पूरा सरफेस कर्व सरफेस एरिया आ गया सो इसे की लिखदा 2 पाई आर एल इलेक्ट्रिक फील्ड ਅਸੀਂ फाइंड करनी है चार्ज की है साडे कोल चार्ज की हुंदा लैम्डा इनटू एल सो इथे फिल करता लैम्डा इनटू एल अपॉन एप्सिलॉन नॉट इस पासे की आ रहा है साडे कोल इलेक्ट्रिक फील्ड 2 पाई आर एल एल में एल गया साडे कोल और इलेक्ट्रिक फील्ड की निकल आएगी लैम्डा अपॉन 2 पाई आर नाल एप्सिलॉन नॉट। किसी बच्चे ने बेटा कोई डाउट होवे तां पूछ सकदा है कमेंट्स में जाके पूछना जरूर है अगर किसी भी बच्चे ने कोई डाउट आ रही है और तुसी जल्दी ना इसका स्क्रीनशॉट लो और इस तो बाद असी सफेरिकल शैल की एप्लीकेशन करनी है मींस एप्लीकेशन की करनी गॉस थ्योरम की करनी है और सफेरिकल शैल के ऊपर लगा के देखना कि उसकी इलेक्ट्रिक फील्ड की होंगी साडे कोल जल्दी ना स्क्रीनशॉट लो अगे करते हैं दोबारा। सो पहले वाली बेटा लीनियर चार्ज डिस्ट्रीब्यूशन तो बाद मींस एक स्ट्रेट यूनिफॉर्मली चार्ज स्ट्रेट वायर जो कि इनफिनिट साइज दी सी उस दी इलेक्ट्रिक फील्ड तो बाद जो आप नेक्स्ट करने जा रहे हैं वो एक सफेरिकल शैल है। शैल मींस अंदरों खाली है शेप सफेरिकल ठीक है जिवें अगर आप इस शेप को कहिए ये अंदरों खाली है अंदर ये एयर है शेप कैसी है सफेरिकल है ठीक है। सो चार्ज कितनी है सारा तो सारा चार्ज इस दे ऊपर है ठीक है और कैसा है यूनिफॉर्मली चार्ज मींस अगर इस दे इन्ने एरिया दे ऊपर जिन्ने चार्ज है ओना ही ओने एरिया दे ऊपर हर थां दे ऊपर ओना ओना चार्ज ही होएगा। समझे बात है कहना मतलब ये सरफेस है ना सरफेस है पूरा सो की लगूगा सिग्मा डी क्यू अपॉन डी एस हर ओने सरफेस दे ऊपर उतना ही चार्ज होएगा क्योंकि आ चीज की रहनी चाहिए यूनिफॉर्म कल समझ लगी अंदरों खाली है ठीक है। अगर ऐसा सफेरिकल शेप पहले आप लिख लिया एप्लीकेशन है की है इलेक्ट्रिक फील्ड ड्यू टू अ यूनिफॉर्मली चार्ज्ड spherical shell बेटा शेल मींस अंदरों शेल spherical शेप कैसी है अंदरों की मटेरियल है कोई नहीं अंदरों होलो है खाली है ठीक है। तो ਇਹਦੇ ਵਿੱਚ ਕੀ ਕਹੇਗਾ ਹੁਣ ਅਸੀਂ ਕੋਈ ਪਹਿਲਾਂ ਸਭ ਤੋਂ ਪਹਿਲਾਂ ਫਿਗਰ ਡਰਾ ਕਰੀਏ ਫਿਗਰ 'ਚ ਕੀ ਕਹਿ ਰਹੇ ਹੋ ਇੱਕ spherical shell है ਸਾਡੇ ਕੋਲ उस दे ऊपर की है चार्ज ही चार्ज है चार्ज किहदे ऊपर है सरफेस दे ऊपर है और यूनिफॉर्मली चार्ज्ड है ठीक है। और जदों कभी भी ऐसी शेप जो कि सफेरिकल होवे चाहे होलो होवे चाहे उस दे अंदर मटीरियल होवे हमेशा ओदी
ਜੋ ਆਪਾਂ ਸਰਫੇਸਿਸ ਕਾਊਂਟ ਜਿਹਦਾ ਡਿਸਟੈਂਸ ਕਾਊਂਟ ਕਰਦੇ ਹੁੰਦੇ ਕਿੱਥੋਂ ਕਰਦੇ ਆ ਉਹਦੇ ਸੈਂਟਰ ਤੋਂ ਕਰਦੇ ਆ। ਠੀਕ ਹੈ, ਸੋ ਇਸ ਦੇ ਵਿੱਚ ਵੀ ਜੋ ਚਾਰਜ ਹੈ ਇਸ ਦੇ ਸਰਫੇਸ ਦੇ ਉੱਪਰ ਬਾਹਰਲੇ ਪਾਸੇ ਆਪਾਂ ਜਿਹੜੇ ਡਿਸਟੈਂਸ ਆਪਾਂ ਕਾਊਂਟ ਕਰਾਂਗੇ ਕਿੱਥੋਂ ਕਰਾਂਗੇ ਇਹਦੇ ਸੈਂਟਰ ਤੋਂ। ਇਹਦਾ ਮਤਲਬ ਕੀ ਹੋਇਆ ਕਿ ਜੋ ਚਾਰਜ ਬਾਹਰ ਸਰਫੇਸਿਸ ਦੇ ਉੱਪਰ ਪ੍ਰੈਜ਼ੈਂਟ ਹੈ ਉਹ ਸਾਨੂੰ ਫੀਲ ਕੀ ਹੋਏਗਾ ਜਾਂ ਆਬਜ਼ਰਵ ਕੀ ਹੋਏਗਾ, ਸ਼ੋ ਕੀ ਹੋਏਗਾ ਕਿ ਕਿੱਥੇ ਲਾਈ ਕਰਦਾ ਪਿਆ ਸਾਰਾ ਉਹਦੇ ਸੈਂਟਰ ਤੇ। ਮੀਨਸ ਸੌਰੀ ਬੇਟਾ ਥੋੜੀ ਡਿਸਟਰਬੈਂਸ ਹੋ ਗਈ ਸੀ, ਆਵਾਜ਼ ਤੁਹਾਨੂੰ ਆਈ ਗਈ ਹੋਣੀ ਹੈ, ਬਟ ਫਿਰ ਵੀ ਆਪਾਂ ਐਸੇ ਚੀਜ਼ਾਂ ਦੇ ਉੱਪਰ ਧਿਆਨ ਨਹੀਂ ਦੇਣਾ। ਅਸੀਂ ਸਿਰਫ ਸਾਡਾ ਕੰਸੰਟਰੇਸ਼ਨ ਕਿੱਥੇ ਹੋਣੀ ਚਾਹੀਦੀ ਹੈ, ਪੜ੍ਹਾਈ ਦੇ ਉੱਪਰ। ਸੋ ਆਪਾਂ ਜੋ ਕਰਦੇ ਪਏ ਸੀ ਬੇਟਾ ਉਹ ਸੀ ਇਲੈਕਟ੍ਰਿਕ ਫੀਲਡ ਡਿਊ ਟੂ ਅ ਯੂਨੀਫਾਰਮਲੀ ਚਾਰਜਡ ਸਫੈਰਿਕਲ ਸ਼ੈਲ। ਇਹ ਸਰਫੇਸ ਚਾਰਜ ਡੈਂਸਿਟੀ ਹੈ। ਪੜ੍ਹ ਲਿਆ ਸੀ ਸਫੈਰਿਕਲ ਸ਼ੈਲ ਕੀ ਹੈ, ਉਸਦੇ ਜੋ ਸਰਫੇਸ ਹੈ ਉਸਦੇ ਉੱਪਰ ਕੀ ਹੈ ਚਾਰਜ ਹੈ। ਸਾਰਾ ਚਾਰਜ ਕਿੱਥੇ ਕੰਸੰਟਰੇਟ ਹੋ ਰਿਹਾ ਹੈ, ਉਸ ਦੇ ਸੈਂਟਰ ਦੇ ਉੱਪਰ। ਇਹ ਚੀਜ਼ ਨੂੰ ਹਮੇਸ਼ਾ ਯਾਦ ਰੱਖਣਾ। ਸਫੈਰਿਕਲ ਸ਼ੈਲ ਆ ਸਾਰਾ ਚਾਰਜ ਕੰਸੰਟਰੇਟ ਕਿੱਥੇ ਹੋ ਰਿਹਾ ਹੈ, ਉਸ ਦੇ ਸੈਂਟਰ ਦੇ ਉੱਪਰ। ਜਿੰਨੇ ਵੀ ਡਿਸਟੈਂਸਿਸ ਮੇਜਰ ਕਰਨੇ ਸਾਰੇ ਕਿੱਥੋਂ ਕਰਨੇ ਆ, ਉਸ ਦੇ ਸੈਂਟਰ ਤੋਂ। ਠੀਕ ਹੈ, ਸੋ ਕੀ ਕਰਨ ਲੱਗੇ ਆਪਾਂ ਬੇਟਾ, ਸਭ ਤੋਂ ਪਹਿਲਾਂ ਅਸੀਂ ਕੀ ਚੈੱਕ ਕਰਨਾ ਕਿ ਜੋ ਇਸ ਸਫੈਰਿਕਲ ਸ਼ੈਲ ਦੇ ਕਰਕੇ ਜਿਹੜੀ ਇਲੈਕਟ੍ਰਿਕ ਫੀਲਡ ਆ ਉਹ ਕਿੱਥੇ ਪੁੱਛ ਰਿਹਾ ਸਾਨੂੰ। ਉਹ ਚਾਹੇ ਤਾਂ ਉਹ ਪੁੱਛ ਸਕਦਾ ਹੈ ਇਸ ਸ਼ੈਲ ਤੋਂ ਬਾਹਰਲੇ ਪਾਸੇ ਕਿ ਜੀ ਕੋਈ ਆ ਪੁਆਇੰਟ ਹੈ P, ਇੱਥੇ ਚੈੱਕ ਕਰਕੇ ਦੋ। ਮੀਨਸ ਕਿਤੇ ਵੀ ਹੋ ਸਕਦਾ ਹੈ ਪੁਆਇੰਟ, ਕਿਤੇ ਵੀ ਇਸ ਸ਼ੈਲ ਤੋਂ ਬਾਹਰਲੇ ਪਾਸੇ। ਉਹ ਇੰਨੀ ਗੱਲ ਕਹਿ ਸਕਦਾ ਹੈ ਇਲੈਕਟ੍ਰਿਕ ਫੀਲਡ ਇਸੇ ਸਰਫੇਸ ਦੇ ਉੱਪਰ। ਉਹ ਇੰਨੀ ਗੱਲ ਕਹਿ ਸਕਦਾ ਇਲੈਕਟ੍ਰਿਕ ਫੀਲਡ ਇਸੇ ਸਰਫੇਸ ਦੇ ਵਿੱਚ। ਸੋ ਮੈਂ ਵੱਖ-ਵੱਖ ਜਗ੍ਹਾ ਵਾਸਤੇ ਕਹਿ ਰਿਹਾ P1 ਪੁਆਇੰਟ ਆ ਰੱਖ ਲਿਆ, P2 ਪੁਆਇੰਟ A ਰੱਖ ਲਿਆ ਔਰ P3 ਪੁਆਇੰਟ A ਰੱਖ ਲਿਆ। ਠੀਕ ਹੈ, ਸਮਝਣਾ ਗੱਲ ਨੂੰ ਧਿਆਨ ਦੇ ਨਾਲ ਕੀ ਕਹਿਣਾ ਜਾ ਰਿਹਾ ਇਹਦੇ ਚੋਂ। ਉਹ ਕਹਿ ਰਿਹਾ ਇਲੈਕਟ੍ਰਿਕ ਫੀਲਡ ਪਤਾ ਕਰਨੀ ਹੈ ਕਿਸੇ ਸਫੈਰਿਕਲ ਸ਼ੈਲ ਕਰਕੇ ਜੋ ਕਿ ਯੂਨੀਫਾਰਮਲੀ ਚਾਰਜਡ ਹੈ। ਮੀਨਸ ਉਹਦਾ ਸਿਗਮਾ ਜੋ ਹੈ ਉਹ ਕੀ ਹੈ, ਯੂਨੀਫਾਰਮ ਆ। ਸੋ ਇਹ ਚਾਰਜ ਹੈ ਸਾਡੇ ਕੋਲ। ਆਪਾਂ ਇਸ ਦੀ ਜੋ ਇਲੈਕਟ੍ਰਿਕ ਫੀਲਡ ਹੈ ਵੱਖ-ਵੱਖ ਥਾਵਾਂ ਦੇ ਉੱਪਰ ਪਤਾ ਕਰਨੀ ਹੈ, P1 ਦੇ ਉੱਪਰ, P2 ਦੇ ਉੱਪਰ ਔਰ P3 ਦੇ ਉੱਪਰ। ਸੋ ਜਦੋਂ ਮੈਂ ਇਸ ਚਾਰਜ ਸ਼ੈਲ ਕਰਕੇ ਜਦੋਂ ਮੈਂ ਇਸ ਪੁਆਇੰਟ ਦੇ ਉੱਪਰ ਪਤਾ ਕਰਨੀ ਹੋਵੇ ਤਾਂ ਮੈਨੂੰ ਕੀ ਲੈ ਕੇ ਚੱਲਣਾ ਪੈਣਾ ਹੈ, ਗੌਸੀਅਨ ਸਰਫੇਸ ਲੈ ਕੇ ਚੱਲਣਾ ਪੈਣਾ। ਕਿਉਂ? ਕਿਉਂਕਿ ਐਪਲੀਕੇਸ਼ਨਸ ਕਿਹਦੇ ਆ, ਗੌਸ ਥਿਓਰਮ ਦੇ। ਔਰ ਗੌਸ ਥਿਓਰਮ ਕਦੀ ਵੀ ਨਹੀਂ ਚੱਲ ਸਕਦੀ ਜਦੋਂ ਤੱਕ ਗੌਸੀਅਨ ਸਰਫੇਸ ਨਾ ਇਨਕਲੂਡ ਕੀਤਾ ਗਿਆ ਹੋਵੇ। ਸੋ ਇਸ ਪੁਆਇੰਟ ਨੂੰ ਮੈਂ ਨਾਲ ਲੈ ਕੇ ਇੱਥੇ ਕੀ ਬਣਾ ਰਿਹਾ, ਇੱਕ ਗੌਸੀਅਨ ਸਰਫੇਸ ਬਣਾਤਾ। ਇਹ ਪੁਆਇੰਟ ਲਿਆ P। ਠੀਕ ਹੈ, ਇਸੇ ਪੁਆਇੰਟ ਨੂੰ ਕਵਰ ਅਪ ਕਰਦੇ ਕਿ ਮੈਂ ਗੌਸੀਅਨ ਸਰਫੇਸ ਇਨਕਲੂਡ ਕਰ ਲਿਆ। ਠੀਕ ਹੈ, ਸੋ ਸਾਰਾ ਚਾਰਜ ਹੁਣ ਕਿੱਥੇ ਪ੍ਰੈਜ਼ੈਂਟ ਸਾਨੂੰ ਫੀਲ ਹੋ ਰਿਹਾ, ਇਸ ਗੌਸੀਅਨ ਸਰਫੇਸ ਦੇ ਵਿੱਚ। ਠੀਕ ਹੈ ਨਾ। ਸੋ ਸਾਨੂੰ ਵੈਸੇ ਗੌਸ ਥਿਓਰਮ ਵੀ ਕੀ ਕਹਿੰਦੀ ਸੀ, ਚਾਰਜ ਇਨਕਲੋਜ਼ਡ ਬਾਈ ਦਾ ਗੌਸੀਅਨ ਸਰਫੇਸ। ਉਸ ਵਾਸਤੇ ਜੋ ਇਲੈਕਟ੍ਰਿਕ ਫਲਕਸ ਹੋਏਗੀ ਉਹ ਕੀ ਹੋਏਗੀ, Q upon epsilon naught total charge inside that Gaussian surface। ਸੋ ਸਾਡੇ ਕੋਲ ਆਪਾਂ ਇਸ ਪੁਆਇੰਟ B ਵਾਸਤੇ ਪਤਾ ਕਰਨਾ, ਇੱਥੋਂ ਪਤਾ ਕਰ ਲਈਏ ਸੈਂਟਰ ਤੋਂ ਚੱਲਣਾ। ਇਲੈਕਟ੍ਰਿਕ ਫੀਲਡ ਕਿਹੜੇ ਪਾਸੇ ਨੂੰ ਹੋਏਗੀ, ਬਾਹਰਲੇ ਪਾਸੇ ਨੂੰ ਇਲੈਕਟ੍ਰਿਕ ਫੀਲਡ। ਸਾਨੂੰ ਪਤਾ, ਸਾਨੂੰ ਆਪਸੀ ਪੜਿਆ ਹੋਇਆ ਕਿ ਸਰਫੇਸ ਤੋਂ ਵੀ ਕਿੱਧਰ ਨੂੰ ਜਾਂਦੀ ਹੈ, ਪਿਛਲੇ ਵਾਲੀ ਕੇਸ 'ਚ ਵੀ ਪੜਿਆ ਸੀ ਪਰਪੈਂਡੀਕੂਲਰਲੀ ਬਾਹਰ ਨੂੰ। ਉਹ ਇੱਥੋਂ ਪਰਪੈਂਡੀਕੂਲਰਲੀ ਹੀ ਜਾ ਰਹੀ ਹੈ, ਐਂਗਲ 90 ਬਣਿਆ ਪਿਆ ਸਾਡੇ ਕੋਲ, ਕਲੀਅਰ ਹੈ। ਆ ਸਰਫੇਸ ਆ, ਇਸ ਦਾ ਸਰਫੇਸ ਲਿਆ ਛੋਟਾ ਜਿਹਾ ds। ਠੀਕ ਹੈ, ਪਰ ਮੈਂ ਹੁਣ ਫਿਲਹਾਲ ਕਿਹਦੇ ਉੱਪਰ ਪਤਾ ਕਰਦਾ ਪਿਆ ਵਾ, ਇਹ ਸਰਫੇਸ ਦਾ। ਸੋ ਇਹਦਾ ਸਰਫੇਸ ਮੈਂ ਲਿਆ ds। ਠੀਕ ਹੈ, ਸਰਫੇਸ ds ਹੈ। ds ਦਾ ਏਰੀਆ ਵੈਕਟਰ ਬਾਹਰਲੇ ਪਾਸੇ ਨੂੰ ਕਿੱਧਰ ਨੂੰ ਹੈ, ਜਿਹੜੇ ਪਾਸੇ ਨੂੰ ਆ ਕੀ ਹੈ, ਆ ਇਸ ਗੌਸੀਅਨ ਸਰਫੇਸ ਦਾ। ਜੋ ਸਾਡੇ ਕੋਲ ਇੱਕ ਗੌਸੀਅਨ ਸਰਫੇਸ ਆਪਾਂ ਇਨਕਲੂਡ ਕੀਤਾ ਹੈ, ਸਫੈਰਿਕਲ ਸ਼ੈਲ ਇਨਕਲੂਡ ਕੀਤਾ ਹੈ। ਕਿਉਂ? ਕਿਉਂਕਿ ਸਾਡੇ ਕੋਲ ਜੋ ਸਫੈਰਿਕਲ ਸ਼ੈਲ ਸੀ ਚਾਰਜ ਵਾਲਾ ਉਹ ਵੀ ਸਾਡੇ ਕੋਲ ਕੀ ਹੈ, ਸਫੈਰਿਕਲ ਸ਼ੇਪ 'ਚ। ਇਸ ਕਰਕੇ ਗੌਸੀਅਨ ਸਰਫੇਸ ਜਿਹੜਾ ਲਿਆ ਉਹ ਵੀ ਕੀ ਲੈ ਰਹੇ ਆਪਾਂ, ਸਫੈਰਿਕਲ ਸ਼ੇਪ ਦਾ। ਸੋ ਆ ਉਹਦਾ ਕੀ ਹੈ, ਰੇਡੀਅਸ ਹੈ। ਸੋ ਰੇਡੀਅਸ ਕੀ ਹੋਏਗਾ, ਇਹਦਾ r ਮੈਗਨੀਟਿਊਡ ਤੇ ਨਾਲ ਇਹਦਾ r ਯੂਨਿਟ ਵੈਕਟਰ। ਉਹ ਕਿਹੜੇ ਪਾਸੇ ਨੂੰ, ਜਿਹੜੇ ਪਾਸੇ ਨੂੰ ਇਲੈਕਟ੍ਰਿਕ ਫੀਲਡ ਹੈ। ਕਲੀਅਰ। ਇਹ ਪਿਛਲੀ ਕੇਸਿਸ ਆਪਾਂ ਕੁਇਲਮਸ ਵਾਲੀ ਕੇਸ ਜਿਹੜਾ ਆਪਾਂ ਰੀਸੈਂਟਲੀ ਐਕਟੀਵਿਟੀ ਕੀਤੀ ਸੀ ਉਸ ਦੇ ਵਿੱਚ ਵੀ ਅਸੀਂ ਪੜਿਆ ਸੀ ਪਿਛਲੇ ਲੈਕਚਰ ਦੇ ਵਿੱਚ। ਸੋ ਦੇਖਿਆ ਜਾਵੇ ਟੋਟਲ ਫਿਰ ਸਾਡੇ ਕੋਲ ਫਲਕਸ ਕੀ ਆ ਰਹੀ ਹੈ, ਗੌਸ ਥਿਓਰਮ ਤੋਂ ਚੱਲ ਰਹੇ ਹਾਂ। ਕੀ ਹੋਏਗੀ ਟੋਟਲ ਇਲੈਕਟ੍ਰਿਕ, ਸਾਡੇ ਕੋਲ ਟੋਟਲ ਸਰਫੇਸ ਵਾਸਤੇ ਜੋ ਇਲੈਕਟ੍ਰਿਕ ਫਲਕਸ ਆਏਗੀ ਉਹ ਕੀ ਹੋਏਗੀ, ਉਸ ਨੂੰ ਪਹਿਲਾਂ ਆਪਾਂ ਦੇਖ ਲਈਏ। ਥੋੜੀ ਫਲਕਸ ਕੀ ਹੋਏਗੀ, ਥੋੜੀ ਫਲਕਸ ਬੇਟਾ ਸਾਡੇ ਕੋਲ ਆਏਗੀ E
डॉट ds वैक्टर्स E मैं P1 पॉइंट वास्ते पहला पता करता पिया वो P1 का किथे है आउटसाइड दी स्फेरिकल शेल ठीक है P1 वास्ते पता करते हैं पहला की आएगा E डॉट ds E दा वेक्टर डॉट ds उस दा वेक्टर पहला लिख लिया आपा वो की है यूनिट वेक्टर किहड़ा होया n कैप नाल ds दोहां दे विचकार दा एंगल कितना है उसे पासे नु एरिया उसे पासे नु इलेक्ट्रिक फील्ड दोवे वेक्टर इक्को पासे नु है दोहां दे विच एंगल कितना है cos 0 1 सो की आ गया e ds दोहां दी वैल्यू 1 1 तो यूनिट वेक्टर्स ने यूनिट वेक्टर दी वैल्यू किनी होनी 1 1 होनी नाल cos 0 हो गया सो दी वैल्यू 1 होगी cos 0 दी सो साडे कोल की आ गया e ds ठीक है और इथों ਅਸੀਂ फाइंड की करना बेटा इलेक्ट्रिक फील्ड पता करनी है सो थोड़े सरफेस वास्ते हो या पूरे सरफेस वास्ते की होगी क्लोज पूरे लूप वास्ते देख लीजिए और इस सरफेस वास्ते सी पूरे सरफेस वास्ते की होगी पूरे सरफेस का मींस कोई भी पॉइंट बाहर वाला होएगा उस वास्ते इलेक्ट्रिक फील्ड की इलेक्ट्रिक फील्ड ਅਸੀਂ पता करना इथे की आ रही है सो ਆਪਾਂ ਪਹਿਲਾਂ ਵੇਖਣਾ फ्लक्स की होएगी सारी फ्लक्स काउंट करांगे उस फ्लक्स ਦੇ ਵਿੱਚੋਂ इलेक्ट्रिक फील्ड पता कर ਲਾਂਗੇ कि इलेक्ट्रिक फील्ड कितनी आ रही है ਕਿਸੇ ਵੀ ਪੁਆਇੰਟ ਦੇ ਉੱਪਰ ਜੋ ਕਿ ਪੁਆਇੰਟ ਕਿੱਥੇ ਹੈ ਉਸ ਕਲੋਜ਼ਡ ਲੂਪ ਤੋਂ ਬਾਹਰਲੇ ਪਾਸੇ ਇਸ ਸਫੈਰਿਕਲ ਸ਼ੈਲ ਤੋਂ ਬਾਹਰਲੇ ਪਾਸੇ ਬਟ ਉਹ ਕਿੱਥੇ ਪੁਆਇੰਟ ਲਾਈ ਕਰਦਾ ਪਿਆ ਗੌਸੀਅਨ ਸਰਫੇਸ ਦੇ ਉੱਪਰ ਠੀਕ ਹੈ ਸੋ ਸਾਡੇ ਕੋਲ ਬੇਟਾ ਕੀ ਆਇਆ ਸਾਡੇ ਕੋਲ ਇੱਥੇ फ्लक्स आ गई साडे कोल की आई E पूरे सरफेस वास्ते देखते पे सो साडे कोल की आएगा इथे ds सारे सरफेस वास्ते देख रहे हैं सो E बाहर आ गया सरफेस एरिया की हो गया 4 पाई r स्क्वायर ठीक है r से ना आए वाला सो 4 पाई r स्क्वायर ये आ गई साडे कोल टोटल इलेक्ट्रिक फ्लक्स ठीक है सो इलेक्ट्रिक फ्लक्स होर किदे बराबर हुंदी है चार्ज अपॉन एप्सिलॉन नॉट तो E की आ गया इथों 1/4 पाई एप्सिलॉन नॉट नाल r स्क्वायर ते ऊपर की है चार्ज सो ये चार्ज केड़ा है जेड़ा इसके ऊपर टोटल चार्ज है मींस आ पूरा गॉसियन सरफेस होया सारा चार्ज दे अंदर है वो केड़ा है जेड़ा इसके ऊपर सी पूरा मींस केड़ा ए वाला चार्ज सारा चार्ज है छोटे वास्ते गल करदे पे ना सो टोटल चार्ज केड़ा होया ये अपॉन ये सरफेस दे ऊपर सो की लिख लिया चार्ज ये आ गया साडे कोल और इलेक्ट्रिक फील्ड की आई सेम ओही इलेक्ट्रिक फील्ड आई जेडी एक पॉइंट चार्ज वास्ते हुंदी सी याद है जिवें जिवें r दूर होगा सेम एक पॉइंट चार्ज वाली इलेक्ट्रिक फील्ड साडे कोल आ गई किस वास्ते किदे वास्ते स्फेरिकल शैल दे रही किथे उस शैल दे बाहर दा कोई पॉइंट लिया गया तो उथे ठीक है ये होया बाहर वास्ते अगर वही पॉइंट बेटा इथों मैं हला के किथे ले जावां इस दे सरफेस दे ऊपर सो इथे की आ जाऊगा चेंजेस की होणगियां q अपॉन r स्क्वायर q अपॉन r स्क्वायर आ गया E = 1/4 पाई एप्सिलॉन नॉट q अपॉन r स्क्वायर हुन जेड़ा इथे r स्क्वायर आ रहा है ये r केड़ा है इना डिस्टेंस वो केड़ा डिस्टेंस सी इसे स्फेरिकल शेल दा रेडियस ये r केड़ा होया उस स्फेरिकल शेल दा रेडियस इना डिस्टेंस वो आपा उठे r लिख लिया समझ लगी बात सो इदा गॉसियन सरफेस की होगा जब मैं इस पॉइंट वास्ते लेना होगा तो गॉसियन सरफेस आपा कर लिया इससे चार्ज जो इना जो साडे कोल शेल सी होई गॉसियन सरफेस ਅਸੀਂ इंक्लूड कर लिया सो पूरी इलेक्ट्रिक फील्ड की आई उस पॉइंट दे ऊपर जेड़ा कि उस शैल दे ऊपर ही है ਉਹਦੇ ਵਾਸਤੇ ਇਲੈਕਟ੍ਰਿਕ ਫੀਲਡ ਇੰਨੀ ਆ ਗਈ ਠੀਕ ਹੈ ਇੰਨੀ ਆ ਗਈ ਸਾਡੇ ਕੋਲ ਇੱਥੇ ਅਗਰ ਮੈਂ ਚਾਰਜ ਵੀ ਫਾਈਂਡ ਕਰਨਾ ਹੋਵੇ ਕਿਉਂਕਿ ਇਸੇ ਸਰਫੇਸ ਦੀ ਗੱਲ ਕਰਦਾ ਪਿਆ ਨਾ ਇਸ ਸਰਫੇਸ ਦੇ ਉੱਪਰ ਚਾਰਜ ਕੀ ਹੈ ਇਸ ਸਰਫੇਸ ਦੇ ਉੱਪਰ ਚਾਰਜ ਦੇਖਿਆ ਜਾਵੇ ਤੇ ਕੀ ਹੋ ਰਿਹਾ ਬੇਟਾ ਇਹ ਸਫੈਰਿਕਲ ਸਰਫੇਸ ਹੈ ਠੀਕ ਹੈ ਨਾ ਇਹ ਸਰਫੇਸ कैसा है ਸਫੈਰਿਕਲ ਸ਼ੇਪ ਦੇ ਵਿੱਚ ਹੈ ਸੋ ਇੱਥੋਂ ਮੈਂ ਦੇਖਣਾ ਹੋਵੇ ਸਿਗਮਾ ਕੀ ਆ ਰਿਹਾ ਚਾਰਜ ਅਪੋਨ ਇਸ ਸਰਫੇਸ मींस s ਇਹ ਸਰਫੇਸ ਕੀ ਹੋਏਗਾ 4 पाई r स्क्वायर सो सिग्मा की है q अपॉन 4 पाई r स्क्वायर इथों q फाइंड करके किथे फिल कर दिए इथे जाके सो इलेक्ट्रिक फील्ड साडे कोल बेटा की आ जाएगी
1/4 ਪਾਈ ਐਪਸਿਲਨ ਨॉट ਨਾਲ r ਸਕੁਅਰ ਉੱਪਰ ਚਾਰਜ ਦੀ ਵੈਲਿਊ ਫਿਲ ਕਰਨੀ ਹੈ ਇੱਥੋਂ ਨਿਕਾਲ ਕੇ ਉੱਥੇ ਸੋ ਸਾਡੇ ਕੋਲ ਇੱਥੋਂ ਕੱਢਿਆ ਜਾਵੇ ਤੇ ਕੀ ਆ ਗਿਆ ਇਹ ਦੋ ਮਲਟੀਪਲਾਈ ਹੋ ਗਿਆ ਆਪਸ ਵਿੱਚ ਜਾ ਕੇ ਇੱਥੇ ਉੱਪਰ ਫਿਲ ਕਰਾਂਗੇ ਸਿਗਮਾ ਨਾਲ ਆਊਗਾ 4 ਪਾਈ r ਸਕੁਅਰ ਕੀ ਰਹਿ ਗਿਆ ਜੀ ਸਿਗਮਾ ਅਪੋਨ ਐਪਸਿਲਨ ਨॉट ਇਲੈਕਟ੍ਰਿਕ ਫੀਲਡ ਇਹ ਕਿਹੜੀ ਇਲੈਕਟ੍ਰਿਕ ਫੀਲਡ ਆ ਕਿੱਥੇ ਹੈ ਇਸ ਸਰਫੇਸ ਦੇ ਉੱਪਰ ਔਰ ਇਹ ਵਾਲੀ ਚੀਜ਼ ਆਪਾਂ ਇੱਥੇ ਨਹੀਂ ਸੀ ਕੱਢ ਸਕਦੇ ਕਿਉਂਕਿ ਉਸ ਵਾਲੇ ਕੇਸ 'ਚ ਕੀ ਆਉਣਾ ਸੀ कैपिटल R अपॉन ये वाला केस चलो गल वखरी है बेटा उस चीज ਆਪਾਂ ਇਹ ਵਾਲੀ ਇਲੈਕਟ੍ਰਿਕ ਫੀਲਡ ਫਾਈਂਡ ਕੀਤੀ ਕਿਹਦੇ ਵਾਸਤੇ ਔਨ ਦਾ ਸਰਫੇਸ ਆਫ ਸਫੈਰਿਕਲ ਸ਼ੈਲ ਸਾਡੇ ਕੋਲ ਕੀ ਆਇਆ ਇੰਨੀ ਆ ਗਈ ਔਰ ਇਹ ਇੰਨੀ ਵੀ ਹੋ ਸਕਦੀ ਹੈ ਸਮਝੇ ਬਾਅਦ ਆ ਕੀ ਚੀਜ਼ ਨੇ ਲਈ ਇਹ ਸਾਨੂੰ ਇਹ ਦੱਸਦਾ ਪਿਆ ਕਿ ਇਲੈਕਟ੍ਰਿਕ ਫੀਲਡ ਸਰਫੇਸ ਦੇ ਉੱਪਰ ਬੇਟਾ ਕਿੰਨੀ ਹੁੰਦੀ ਹੈ ਸਿਗਮਾ ਸਿਗਮਾ ਕੀ ਹੈ ਯੂਨੀਫਾਰਮਲੀ ਚਾਰਜ ਡਿਸਟ੍ਰੀਬਿਊਸ਼ਨ ठीक है केडी सरफेस दी ठीक है और चार्ज स्फेरिकल चार्ज डिस्ट्रीब्यूशन हुई है और एक कांस्टेंट सी क्योंकि यूनिफॉर्मली चार्ज डिस्ट्रीब्यूट किया गया सी और इस दी वैल्यू भी कांस्टेंट है साडे कोल हुंदी है सो अपने को इलेक्ट्रिक फील्ड की होगी ऑन द सरफेस ऑफ अ चार्ज की रहती है हमेशा कांस्टेंट क्यों क्योंकि ओथे की है चार्ज डिस्ट्रीब्यूशन भी की सी कांस्टेंट सी मींस हर ਇਸ ਤੋਂ ਜਿੰਨੀ ਇਲੈਕਟ੍ਰਿਕ ਫੀਲਡ ਦੀ ਸਟਰੈਂਥ ਇੱਥੋਂ ਨਿਕਲਦੀ ਪਈ ਆ ਓਨੀ ਹੀ ਇੱਥੋਂ ਨਿਕਲਦੀ ਪਈ ਆ ਓਨੀ ਹੀ ਇੱਥੋਂ ਨਿਕਲਦੀ ਆ ਓਨੀ ਹੀ ਇੱਥੋਂ ਨਿਕਲਦੀ ਆ ਓਨੀ ਹੀ ਇੱਥੋਂ ਨਿਕਲਦੀ ਆ ਇਹ ਚੀਜ਼ ਹੈ ਕਲੀਅਰ ਗੱਲ ਸਮਝ ਲੱਗੀ ਇਹ ਸੀ ਸਾਡੇ ਕੋਲ ਇਹ ਵਾਲਾ ਪਾਰਟ ਔਰ ਥਰਡ ਵਾਲੇ ਕੇਸ ਵਿੱਚ ਕੀ ਹੈ ਅਗਰ ਉਹ ਇੰਨੀ ਗੱਲ ਕਹਿਣ ਕਿ ਆਹ ਵਾਲਾ ਪੁਆਇੰਟ P3 ਅੰਦਰ ਆ ਗਿਆ ਹੁਣ ਇਨਸਾਈਡ ਦੀ ਸ਼ੈਲ ਆਹ ਵਾਲਾ ਕੇਸ ਸੀ P1 ਬਾਹਰਲੇ ਪਾਸੇ ਆਹ ਵਾਲਾ ਸੈਕਿੰਡ ਆਪਾਂ ਕੀਤਾ P2 ਦੇ ਲਈ on the surface of a shell third कर रहे हैं अपन inside the surface inside the surface means Gaussian surface केड़ा ले लिया जी आ थोड़े गल कुछ नहीं मैं हूं ठीक है कम से कम 10 सेकंड का मैं पॉज रखांगा जवाब थोड़े को आने चाहिए और हो सके तो कमेंट्स में जरूर दसो पता लग जाऊगा केड़े केड़े बच्चे का जवाब सही है वो की कह रहा है वो कह रहा है इनसाइड इस पॉइंट P3 ਦੇ ਉੱਪਰ P3 ਦੇ ਉੱਪਰ ਸਾਡੇ ਕੋਲ ਇਲੈਕਟ੍ਰਿਕ ਫੀਲਡ ਦੀ ਸਟਰੈਂਥ ਕੀ ਆਏਗੀ ਉਸ ਵਾਸਤੇ ਗੌਸੀਅਨ ਸਰਫੇਸ ਮੈਂ ਇਹ ਲੈ ਲਿਆ ਕੀ ਹੋਏਗਾ ਇੱਥੇ ਹੁਣ ਆਪ ਦੇਖੋ ਇਲੈਕਟ੍ਰਿਕ ਫੀਲਡ ਚਾਰਜ ਗੌਸ ਥਿਊਰਮ ਸੀ ਸਾਡੇ ਕੋਲ ਇਹ ਇਕੁਅਲਸ ਟੂ ਆਹ ਵੈਸੇ ਕਿਹਦੇ ਬਰਾਬਰ ਹੁੰਦੀ Q upon ਇਹ ਆ ਕੀ ਚੀਜ਼ ਸੀ चार्ज इनक्लोज्ड दैट सरफेस जल्दी बोल दो इथे P3 के ऊपर इलेक्ट्रिक फील्ड की है 10 9 8 7 6 5 4 3 2 1 जिन्होंने बच्चे ने तो बेटा इथे कहा 0 ਉਹਨਾਂ ਦੀ ਵੈਲਿਊ ਉਹਨਾਂ ਦਾ ਬਿਲਕੁਲ ਆਨਸਰ ਠੀਕ ਹੈ ਕਿਉਂ ਕਿਉਂਕਿ ਬੇਟਾ ਸਾਨੂੰ ਇੰਨੀ ਗੱਲ ਦਾ ਪਤਾ ਆ ਕਿ ਸ਼ੈਲ ਜਿਹੜਾ ਆ ਚਾਰਜ ਸਾਰਾ ਤੇ ਬਾਹਰ ਰਹਿ ਗਿਆ ਕਨਸੈਂਟਰੇਟ ਜ਼ਰੂਰ ਇਨਸਾਈਡ ਕੀਤਾ ਬਟ ਉਹ ਕਨਸੈਂਟਰੇਟ ਇਨਸਾਈਡ ਕਰਨ ਦਾ ਮਤਲਬ ਕੀ ਸੀ ਕਿ ਸਾਰੇ ਡਿਸਟੈਂਸਿਸ ਆਪਾਂ ਇੱਥੋਂ ਕਾਊਂਟ ਕਰਦੇ ਪਏ ਆ ਬਟ ਇਸ ਗੌਸੀਅਨ ਸਰਫੇਸ ਦੇ ਅੰਦਰ ਕੋਈ ਵੀ ਚਾਰਜ ਨਹੀਂ ਚਾਰਜ ਕਿੱਥੇ ਆ ਸਾਰਾ ਬਾਹਰ ਆ ਉਹ ਕਹਿਣ ਦਾ ਮਤਲਬ ਕੀ ਸੀ ਕਿ ਆਪਾਂ ਕਾਊਂਟ ਕਿੱਥੋਂ ਕਰਦੇ ਹੁੰਦੇ ਆ ਸਭ ਕੁਝ ਸੈਂਟਰ ਤੋਂ ਕਰਦੇ ਆ ਬਟ ਚਾਰਜ ਤਾਂ ਸਾਰਾ ਬਾਹਰ ਰਹਿ ਗਿਆ सो अंदरले पासे कोई भी चार्ज नहीं आया अंदर चार्ज कोई भी नहीं सो इहदा मतलब आह चीज की है इत्थे 0 होगी ना चार्ज सॉरी चार्ज केड़ा होया जो आप फ्लक्स को पढ़ने आ चार्ज अंदरले पासे कोई नहीं है चार्ज 0 इलेक्ट्रिक फ्लक्स 0 इलेक्ट्रिक फ्लक्स 0 तो इलेक्ट्रिक फील्ड 0 सो थर्ड पॉइंट के ऊपर इलेक्ट्रिक फील्ड की होगी 0 ठीक है समझ लग गया पूरी तरह नाल इस एक छोटा जिहा ग्राफ है बेटा असीं जो पढ़ना है उस ग्राफ नूं पढ़न लगे हैं जल्दी ना तुसीं स्क्रीनशॉट लाओ और फिर इस तो बाद असीं ग्राफ पढ़ते हैं जो बेटा इसका ग्राफ है वो आप उसमें देखिए स्टडी करने चले हैं इलैक्ट्रिक फील्ड और डिस्टेंस का आपस में रिलेशन की है किस दे लई स्फेरिकल शैल वाले केस च इस पासे नूं डिस्टेंस बढ़ता जा रहा है किथों फ्रॉम सेंटर ओ तो
ਇਸ ਵਾਲੇ ਪਾਸੇ ਨੂੰ ਇਲੈਕਟ੍ਰਿਕ ਫੀਲਡ। ਜਦੋਂ ਤੱਕ ਇਹ ਵਾਲਾ ਡਿਸਟੈਂਸ ਇਹ ਸੈਂਟਰ O ਤੋਂ ਸਟਾਰਟ ਹੋਇਆ, ਇਹ ਲਗਾਤਾਰ ਇਨਕਰੀਜ਼ ਹੁੰਦਾ ਜਾ ਰਿਹਾ ਹੈ। ਮੰਨ ਲਓ ਇੱਥੋਂ ਤੱਕ ਕਿਹੜਾ ਡਿਸਟੈਂਸ ਆ ਰਿਹਾ ਹੈ ਸਾਡੇ ਕੋਲ r equals to ਇੱਥੇ ਜਾ ਕੇ ਕੈਪੀਟਲ R ਬਣ ਜਾਂਦਾ ਹੈ। ਸੋ ਇੱਥੋਂ ਲਗਾਤਾਰ ਇਹ r ਇਨਕਰੀਜ਼ ਹੁੰਦਾ ਜਾ ਰਿਹਾ ਹੈ, ਇਨਕਰੀਜ਼ ਹੁੰਦਾ ਜਾ ਰਿਹਾ ਹੈ ਤਾਂ ਕਿ ਕੀ ਬਣ ਜਾਵੇ ਕੈਪੀਟਲ R ਮੀਨਸ ਇੱਥੋਂ ਤੱਕ ਦਾ ਡਿਸਟੈਂਸ। ਉਸ ਤੋਂ ਬਾਅਦ ਇਹ ਅੱਗੇ ਨੂੰ r ਇਨਕਰੀਜ਼ ਹੁੰਦਾ ਜਾ ਰਿਹਾ ਫਰਦਰ ਅੱਗੇ। ਸੋ ਇਹਦਾ ਮਤਲਬ ਇੱਕ ਮੈਂ ਇਹ ਵਾਲੀ ਪੁਆਇੰਟ ਰੱਖ ਲਿਆ ਆਪਣੇ ਕੋਲ ਮਾਰਕ ਕਰਕੇ। ਜਦੋਂ ਇਹ ਲਗਾਤਾਰ ਇੱਥੋਂ ਤੱਕ ਆ ਰਿਹਾ ਤਾਂ ਇਲੈਕਟ੍ਰਿਕ ਫੀਲਡ ਸਾਡੇ ਕੋਲ ਕੁਝ ਆ ਰਹੀ ਬੇਟਾ, ਦੇਖੋ ਜਲਦੀ ਨਾਲ, ਇੱਥੇ ਇਲੈਕਟ੍ਰਿਕ ਫੀਲਡ ਕੁਝ ਆ ਰਹੀ ਹੈ? ਕੁਝ ਨਹੀਂ ਆ ਰਹੀ, ਕਿਉਂਕਿ ਇਨਸਾਈਡ ਦੀ ਸਫੈਰਿਕਲ ਸ਼ੈਲ ਇਲੈਕਟ੍ਰਿਕ ਫੀਲਡ ਕੀ ਹੈ? ਜ਼ੀਰੋ। ਸੋ ਇਲੈਕਟ੍ਰਿਕ ਫੀਲਡ ਸਾਡੇ ਕੋਲ ਕੁਝ ਨਹੀਂ ਆ ਰਹੀ। ਉਸ ਤੋਂ ਬਾਅਦ ਜਦੋਂ ਇਹ ਸਰਫੇਸ ਆ ਜਾਂਦਾ ਹੈ, ਇਸ ਸਰਫੇਸ ਦੇ ਉੱਪਰ ਜਾ ਕੇ ਸਾਡੇ ਕੋਲ ਇਲੈਕਟ੍ਰਿਕ ਫੀਲਡ ਬੇਟਾ ਨਿਕਲੀ ਸੀ E equals to 1/4 pi epsilon naught Q upon R square, R square, ठीक है, R square means आ वाला पॉइंट, ठीक है, ये वाला पॉइंट। सो ए वाला डिस्टेंस इथे जाके चार्ज साडे को स्टार्ट हो रहा है और इथे जाके डिस्टेंस इसे R दे ऊपर जाके साडे कोल चार्ज भी स्टार्ट है और इथों इलैक्ट्रिक फील्ड आनी शुरू हो जानी है। मतलब इथे इलैक्ट्रिक फील्ड की होएगी मैक्सिमम किदे बराबर सिग्मा अपॉन एप्सिलॉन नॉट। सो इथे जाके डिस्टेंस साडे कोल की होएगी इलैक्ट्रिक फील्ड मैक्सिमम, ठीक है, इथे इलैक्ट्रिक फील्ड साडे कोल आएगी मैक्सिमम। और उस तो बाद जिवें जिवें R इनक्रीज होंदा जा रहा, सानू पता R दे इनक्रीज होने दे नाल R स्क्वायर, ये R जिवें जिवें इनक्रीज होंदा जाए इलैक्ट्रिक फील्ड की होंदी जाएगी डाउन। सो इथे अगे रिलेशन की आएगा साडे कोल लगा रहे, समझ लगी बात? इथे इलैक्ट्रिक फील्ड की होएगी साडे कोल मैक्सिमम और लगातार बाद विच इलैक्ट्रिक फील्ड की है डाउन होंदी जाएगी जिवें जिवें R इनक्रीज होंदा जाएगा। गल समझ लगी? इसी साडे कोल ग्राफ अगे जो असीं बेटा पढ़न जा रहे हैं वो है साडे कोल सफेरिकल की जगह सॉलिड सफीयर। उस वास्ते आपां देखना जल्दी नाल, इस तो बाद इन्हूं क्लीयर करा बोर्ड नूं और इस तो बाद असीं सॉलिड एनालिसिस कर लगे। थर्ड वन साडे कोल एप्लीकेशन है इलैक्ट्रिक फील्ड ड्यू टू अ यूनिफॉर्मली चार्ज नॉन कंडक्टिंग सॉलिड स्फीयर। सॉलिड स्फीयर मींस अंदरों खाली नहीं है, भरिया। सेम वही एग्जांपल, इस स्फीयर साडे कोल, इस दे अंदर भी मटीरियल है, समझे बात है? ये पूरा पूरा अंदरों भी फिल है, मास थ्रू आउट दे अंदरले पासे भी प्रेजेंट, अंदर एयर नहीं है, अंदर भी ये मटीरियल है, ठीक है। और सारा सारा चार्ज फिल, सारा सारा चार्ज की है प्लस 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 ये पूरे पूरे सरफेस के उत्ते जैसे पॉजिटिव काउंट करते पे हैं, ठीक है। हुण सॉलिड स्फीयर है साडे कोल, तां सॉलिड स्फीयर वाले केस च की होएगा? पॉजिटिव है, सारे सारे सरफेस के ऊपर चार्ज है, अंदर भी है चार्ज, सारे सारे सरफेस के ऊपर चार्ज है, इनसाइड भी है। सो दे केस विच की होएगा? हम देखो आ सेंटर है, अगर पॉइंट मैं P1 लवां बाहर वाला पॉइंट, सारा ही सरफेस सेम उस तरीके नाल P1 इंक्लूड करते हुए की ले आइए एक गॉसियन सरफेस P1 पॉइंट के ऊपर, कोई जो पिछले वाला सफेरिकल आपां कीता सी उस दे नाल कोई डिस्टर्बेंस आएगी, कोई चेंज आएगा? नहीं आएगा। P1 पॉइंट ए है, सेम पूरा पूरा चार्ज है इस गॉसियन सरफेस दे विच है। सो इलैक्ट्रिक फील्ड की आएगी बेटा? पिछली बार वाली ही आएगी। हाँ, चार्ज जरूर इंक्रीज हो गया, उच्च कला शैल के ऊपर से अंदरले पासे भी मतलब इलैक्ट्रिक फील्ड स्ट्रेंथ अच्छी होएगी, बट फॉर्मूला की बनेगा? सेम वही वाला 4 पाई एप्सिलॉन नॉट Q अपॉन R स्क्वायर। चार्ज मान मेरे ऊपर की सी Q सी, सारा सारा चार्ज के ऊपर Q है। इस पॉइंट के ऊपर P1 के ऊपर इलैक्ट्रिक फील्ड साडे कोल ये आ रही है आउटसाइड दी सॉलिड स्फीयर। नॉन कंडक्टिंग का मीन्स मतलब कि यूनिफॉर्मली चार्ज है, चार्ज अंदरले पासे किसी पासे कंडक्ट नहीं करता पिया, चार्ज अपने जगह ऊपर प्रेजेंट है प्रॉपर तरीके ना, यूनिफॉर्मली चार्ज डिस्ट्रीब्यूशन हुई पई है।
ठीक है, लगातार मूव नहीं करता पिया, कंडक्ट नहीं करता पिया, ठीक है, चार्ज यूनिफॉर्मली प्रेजेंट है पूरा। P1 के ऊपर साडे कोल ये आ गई, जिस सरफेस के ऊपर कवा है को फर्क गॉसियन सरफेस फिर उस तरीके के नाल बन जाऊगा। सो P2 के ऊपर की आ जाएगी इलेक्ट्रिक फील्ड 1/4 पाई एप्सिलॉन नॉट Q अपॉन R स्क्वायर, क्योंकि इतना डिस्टेंस की होएगा R, इतना डिस्टेंस की सी साडे कोल AR, समझेगा। सेम उस तरीके ਨਾਲ इलेक्ट्रिक फील्ड ए आ गई, ए इलेक्ट्रिक फील्ड आ गई। थर्ड केस जो इंपॉर्टेंट है बेटा ਇਹਦੇ ਵਿੱਚ ਆਪਾਂ ਧਿਆਨ ਦੇਣਾ ਆ ਤੀਸਰੇ ਕੇਸ ਦੇ ਉੱਪਰ, ਉਹ ਕੀ ਹੈ ਕਿ ਜਦੋਂ ਮੈਂ ਇਸ ਗੌਸੀਅਨ ਸਰਫੇਸ ਨੂੰ ਅੰਦਰ ਕੋਈ ਲੈਣਾ ਮੀਨਸ ਕੋਈ ਪੁਆਇੰਟ ਲੈ ਲਿਆ ਜੀ ਅੰਦਰ ਦਾ, ਇਹ ਪੁਆਇੰਟ P3 ਲੈ ਲਿਆ, ਸੋ ਗੌਸੀਅਨ ਸਰਫੇਸ ਕੀ ਬਣ ਜਾਊਗਾ ਕੁਛ ਇਹ P ਪੁਆਇੰਟ ਆਹ P ਹੈ, ਸੋ ਇਹਦਾ ਡਿਸਟੈਂਸ ਕੀ ਹੋਏਗਾ ਕੁਛ ਇਹ ਆ डिस्टेंस आएगा। इस डिस्टेंस ਨੂੰ ਮੈਂ ਬੇਟਾ ਕੀ ਕਾਊਂਟ ਕਰਦਾ ਪਿਆ ਵਾ r ਡੈਸ਼, ਮੈਂ ਮੰਨ ਲਿਆ ਆਪਣੇ ਵੱਲੋਂ ਜੀ ਇਹ ਡਿਸਟੈਂਸ ਕਿਹੜਾ ਆ r ਡੈਸ਼ ਹੈ, ਅਸੀਂ ਆਪਣੇ ਵੱਲੋਂ ਮੰਨ ਕੇ ਚੱਲਦੇ ਹਾਂ, ਠੀਕ ਹੈ। ਤਾਂ ਕੀ ਹੁਣ ਦੱਸੋ ਜਲਦੀ ਨਾਲ ਤੁਸੀਂ ਕਿ ਇਸ P3 ਪੁਆਇੰਟ ਦੇ ਉੱਪਰ ਕੋਈ ਇਲੈਕਟ੍ਰਿਕ ਫੀਲਡ ਆਏਗੀ ਕਿ ਨਹੀਂ ਆਏਗੀ। ਇਹ ਪੂਰਾ ਕੀ ਸੀ ਸੋਲਿਡ, ਠੀਕ ਹੈ, ਇਹ ਸਫੀਅਰ ਸੀ ਸੋਲਿਡ, ਇਹਦੇ ਅੰਦਰ ਇੱਕ ਮੈਂ ਹੋਰ ਸਫੀਅਰ ਬਣਾਇਆ ਛੋਟਾ ਜਿਹਾ ਸਫੀਅਰ ਇਹਦੇ ਅੰਦਰ ਬਣਾਇਆ, ਮੀਨਸ ਜਿਵੇਂ ਆ ਸਫੀਅਰ ਇਹਦੇ ਅੰਦਰੋਂ ਲਿਆ, ਬਾਹਰਲਾ ਪਾਸਾ ਕੈਂਸਲ ਆਊਟ ਕਰ ਦਿੱਤਾ, ਸਿਰਫ ਆ ਡਿਸਟੈਂਸ ਇਹ ਛੋਟਾ ਆ, ਸੋ ਇਹਦਾ ਮਤਲਬ ਇਹਦਾ ਜਿਹੜਾ ਡਿਸਟੈਂਸ ਹੋਊਗਾ ਉਹ ਕੀ ਹੋਊਗਾ ਰੇਡੀਅਸ r ਡੈਸ਼ ਹੋ ਗਿਆ, ਇਹਦੇ ਅੰਦਰੋਂ ਲਿਆ, ਸੋ ਇੰਨੇ ਸਫੀਅਰ। ਜਦੋਂ ਸਾਨੂੰ ਇਹ ਗੱਲ ਦਾ ਪਤਾ ਹੈ ਸੋਲਿਡ ਹੈ ਤੇ ਜੇ ਸੋਲਿਡ ਹੈ ਬੇਟਾ ਤਾਂ ਇਹਦਾ ਮਤਲਬ ਕੀ ਹੋਇਆ, ਜੇ ਸੋਲਿਡ ਹੈ ਤੇ ਇਸ ਦੇ ਇਹਦੇ ਵਿੱਚ ਵੀ ਚਾਰਜ ਕੋਈ ਨਾ ਕੋਈ ਹੈ ਸਾਡੇ ਕੋਲ, ਜੇ ਚਾਰਜ ਸਾਡੇ ਕੋਲ ਬੇਟਾ ਇਹਦੇ ਵਿੱਚ ਵੀ ਹੈ ਤਾਂ ਫਿਰ ਕੀ ਹੋਏਗਾ ਦੇਖਿਆ ਜਾਵੇ। ਉਸੇ ਤਰੀਕੇ ਨਾਲ ਫਿਰ ਚਲਾਂਗੇ ਗੌਸੀਅਨ ਥਿਓਰਮ, ਗੌਸ ਥਿਓਰਮ ਦੇ ਅਕੋਰਡਿੰਗਲੀ ਫਲਕਸ ਕੀ ਆਏਗੀ, डिस्टर्बेंस के ऊपर ध्यान नहीं देना, अगर जिन्नी मर्जी बार्किंग होई जाए आप उधर बिल्कुल नहीं देखना, अपना ध्यान कितने होना चाहिए सिर्फ इधर, उन्होंने समझा नहीं सकते आप थोनू समझा सकते हैं बेटा। फ्लक्स है साडे कोल की आएगी EDS, ठीक है, इलेक्ट्रिक फील्ड और सरफेस, ठीक है। सेम उसी तरीके के नाल साडे कोल इलेक्ट्रिक फील्ड भी है सरफेस भी है, इलेक्ट्रिक फील्ड साडे कोल निकल के आई और ਇਹਦੇ ਨਾਲ ਜਿਹੜਾ ਚਾਰਜ ਹੋਏਗਾ ਉਹ ਕਿੰਨਾ ਹੋਏਗਾ ਜਿੰਨਾ ਇਹਦੇ ਵਿੱਚ ਹੈ ਚਾਰਜ, ਠੀਕ ਹੈ ਨਾ। ਹੁਣ ਸਾਰਾ ਚਾਰਜ ਤਾਂ Q ਸੀ, ਅੰਦਰਲਾ ਚਾਰਜ ਕਿੰਨਾ ਹੋਇਆ Q ਡੈਸ਼, ਸੋ ਇੱਥੇ ਕੀ ਆਏਗਾ Q ਡੈਸ਼ अपॉन ਕੀ ਆਏਗਾ ਐਪਸਿਲਨ ਨॉट, ਸਮਝੇ ਬਾਤ। ਸੋ ਇਸ ਕੇਸ ਦੇ ਵਿੱਚ ਦੇਖੀਏ ਆਪਾਂ ਹੁਣ ਸਾਡੇ ਕੋਲ ਇਲੈਕਟ੍ਰਿਕ ਫੀਲਡ ਕੀ ਬਣੇਗੀ, इलेक्ट्रिक फील्ड सरफेस कितना होया बेटा उस तरीके ना सरफेस 4 पाई r स्क्वायर, 4 पाई r केड़ा है इथे r डैश वाला, ठीक है, 4 पाई r डैश दा स्क्वायर, ठीक है, क्योंकि इन्ने सरफेस की मैं गल करता पिया वा, इसे सरफेस के ऊपर पॉइंट रख के चलते पे असीं 4 पाई r डैश दा स्क्वायर, इत्थे की आएगी फिर साडे कोल इहदे वास्ते प्रॉपर Q डैश अपॉन एप्सिलॉन नॉट, इलेक्ट्रिक फील्ड की आ गई Q डैश अपॉन एप्सिलॉन नॉट, नाल आ गया 4 पाई r डैश दा स्क्वायर, और एक चिता रखना बेटा r डैश लेस देन r है, रेडियस r डैश छोटा आ इस दे रेडियस नालों जो सॉलिड सफीयर साडे को है उस नालों। सो इस तो बाद इत्थे की बनना है, आप इत्थे करते हैं इलेक्ट्रिक फील्ड फिर की आ गई Q डैश अपॉन एप्सिलॉन नॉट नाल 4 पाई r स्क्वायर। चार्ज किदे ऊपर है सफीयर दे ऊपर, सफीयर की है उस दे अंदरले पासे भी है, सो वो पूरी डिस्ट्रीब्यूशन कैसी है वॉल्यूम चार्ज डिस्ट्रीब्यूशन है, कला सरफेस से तो नहीं है अंदरले पासे भी है, सो वॉल्यूम चार्ज डिस्ट्रीब्यूशन आई था उसके वास्ते बेटा साडे कोल की आएगा रो की हुंदा सी चार्ज अपॉन वॉल्यूम, चार्ज किहड़ा सी इत्थे आह चार्ज आ Q डैश, वॉल्यूम की है 4/3 पाई r, वॉल्यूम सफीयर किहड़ा ए वाला
पाई 4/3 पाई आर स्क्वायर 4/3 पाई आर क्यूब वॉल्यूम है 4/3 पाई आर क्यूब। तो साढ़े को बेटा ये चीज किसके बराबर आ गई पूरी पूरी लाइन। अब चार्ज क्यू डैश अपॉन 4/3 पाई आर क्यूब पूरा पूरा ये सब कुछ किसके बराबर आया साडा रो दे हो गया इन्नी चीज हो गई। ये चो क्यू डैश कट रही की आ गया रो नाल आ गया 4/3 पाई आर डैश क्यूब क्यू डैश की आ गया साडे को रो 4/3 पाई आर डैश क्यूब क्यू की वैल्यू फिल करनी है इत्थे जाके इलैक्ट्रिक फील्ड फिर की आ जाएगी फिल करिए वैल्यू आप इत्थे इत्थे कर रहे हैं चार्ज आ गया साडे कोल रो नाल आ गया 4/3 पाई आर डैश क्यूब नीचे की है एप्सिलॉन नॉट नाल 4 पाई आर स्क्वायर नीचे की आ गया एप्सिलॉन नॉट नाल 4 पाई आर स्क्वायर हो गया की जा रहा है कटिया बेटा एक साडे कोल गया 4 नाल 4 पाई नाल पाई आर डैश स्क्वायर सी सो इत्थे भी लिखिया आर डैश स्क्वायर सो इहदे नाल क्यू कटिया गया और साडे कोल एक की रह गया इत्थे आर डैश क्यूब सी ना सो इत्थे रह की गया बेटा साडे कोल इलैक्ट्रिक फील्ड विच हुण रो नाल आर डैश अपॉन 3 नाल एप्सिलॉन नॉट और एक गल ध्यान रखना बेटा इत्थे एप्सिलॉन नॉट आएगा कि की आएगा देखो साडे कोल इत्थे पूरा पूरा की सी अंदरले पासे मटीरियल सी सो इत्थे आपां एप्सिलॉन नॉट नहीं आएगा इत्थे साडे कोल की आएगा एप्सिलॉन की आएगा एप्सिलॉन सॉरी बेटा चीज ध्यान रखना बड़ा जा एप्सिलॉन आएगा ठीक है इत्थे क्या आएगा एप्सिलॉन इत्थे क्या आएगा एप्सिलॉन क्योंकि मटीरियल है अंदर तो जेकर आपां उस दे नाल और इसका डाइलेक्ट्रिक सानू गिवन होवे तां इत्थे की लगा लांगे नाल इहदे कि चेता है ना कि किस दे बराबर हुंदा सी एप्सिलॉन अपॉन एप्सिलॉन नॉट क्यों क्योंकि एफ नॉट अपॉन एफ हुंदा सी और ई नॉट अपॉन ई हुंदा सी हो गई चीज क्लियर पूरी। इत्थों हुण जिहड़ी चीज आपां बेटा ग्राफ नाल समझांगे और कंपेयर करांगे सफेरिकल दे नाल तां हो की रिहा है वो एक बार देखिए आपां साइड दे उपर वो इत्थे की कह रहे हैं ग्राफ नूं समझिए और ग्राफ दे विच की आ रहा है इत्थे जो अगर इलैक्ट्रिक फील्ड साडे को निकल गई दा मतलब की होया कि अगर सॉलिड स्फीयर है साडे कोल तां उस दे अंदरले पासे भी इलैक्ट्रिक फील्ड हुंदी है बट वो कितनी होएगी किदे करके होएगी जिन्ना ओदे अंदर चार्ज उस वेले होएगा उस करके ठीक है। सो आप इत्थे देखिए सानू पता है आ भी एक कांस्टेंट वैल्यू है ये भी कांस्टेंट है ये भी कांस्टेंट है और ये भी कांस्टेंट है सो ए किस दे बराबर होया डायरेक्टली प्रोपोर्शनल टू आर डैश सो इसदा मतलब जिन्ना जिन्ना ए आर डैश इंक्रीज होंदा जाएगा उहदे नाल की होगी इलैक्ट्रिक फील्ड की वैल्यू इंक्रीज होंदी जाएगी ठीक है उस दे नाल इंक्रीज होंदे ग्राफ को देखो चंगी तरह समझ आऊगा इलैक्ट्रिक फील्ड इस पासे आ गई इस पासे नु साडे कोल की आया आर फिर उस तरीके नाल पॉइंट लवांगे कि जिथे आर किदे बराबर हो जांदा कैपिटल आर दे मींस आर जड़ा वगदा जब इंक्रीज होंदा जा रहा है इत्थे जाके किहड़ा पॉइंट होगा जदों ये आर किदे बराबर हो जाएगा कैपिटल आर दे ठीक है ना उस स्फीयर दे रेडियस के बराबर इस दे बदलण दे नाल लगातार इंक्रीज होंदा जा रहा है दोवें डायरेक्टली प्रोपोर्शनल टू चलदे पे है सो ये दोनों आपस में किद्दां चलणगे जी इस तरीके दे नाल कित्थों तक इस तक इत्थे जाके ई की हो जाएगा मैक्सिमम समझे ਇਹਦੇ ਬਦਲ ਇਸ ਤੇ ਇਨਕਰੀਜ਼ ਹੋਣ ਦੇ ਨਾਲ ਇਹ ਲਗਾਤਾਰ ਇਨਕਰੀਜ਼ ਹੁੰਦਾ ਜਾਏਗਾ ਕਿਉਂਕਿ ਇੱਥੇ ਕੀ ਹੋ ਰਿਹਾ ਸੀ ਇੱਥੇ r ਡੈਸ਼ ਇਨਕਰੀਜ਼ ਹੁੰਦਾ ਜਾ ਰਿਹਾ ਹੈ ਠੀਕ ਹੈ ਸੋ ਜਿਵੇਂ ਜਿਵੇਂ r ਡੈਸ਼ ਵਧੇਗਾ ਉਸ ਦੇ ਨਾਲ ਨਾਲ e ਵੀ ਕੀ ਹੈ ਉਹ ਵਧਦਾ ਜਾ ਰਿਹਾ ਸੋ ਇੱਥੇ ਜਾ ਕੇ ਮੈਕਸਿਮਮ ਆ ਜਾਏਗਾ ਇਹ ਮੈਕਸਿਮਮ ਕਦੋਂ ਆਇਆ ਜਦੋਂ ਇਹ r ਕੇਸ ਦੇ ਬਰਾਬਰ ਹੋ ਗਿਆ r ਡੈਸ਼ ਕੇਸ ਦੇ ਬਰਾਬਰ ਹੋ ਗਿਆ ਇਸ डिस्टेंस ਦੇ ਇੰਨੇ डिस्टेंस ਦੇ ਬਰਾਬਰ ਜਦੋਂ r डैश r ਦੇ ਬਰਾਬਰ ਹੋ ਗਿਆ ਉੱਥੇ ਜਾ ਕੇ ਇਲੈਕਟ੍ਰਿਕ ਫੀਲਡ ਸਾਡੇ ਕੋਲ ਕੀ ਆ ਗਈ ਮੈਕਸਿਮਮ ਔਰ ਇਸ ਤੋਂ ਅੱਗੇ ਅੱਗੇ ਕੀ ਹੋਏਗਾ
ਇਸ ਤੋਂ ਅੱਗੇ ਜਿਵੇਂ ਜਿਵੇਂ ਆਪਾਂ ਚੱਲਾਂਗੇ ਔਰ ਫਿਰ ਕੀ ਹੋ ਰਿਹਾ ਇੱਥੇ ਜਦ ਤੱਕ ਇਹ ਇੱਥੇ ਪਹੁੰਚ ਗਿਆ ਤੇ ਇੱਥੇ ਜਾ ਕੇ ਕੀ ਹੋਇਆ ਮੈਕਸਿਮਮ ਚਾਰਜ ਇਨਕਲੋਜ਼ ਹੋ ਗਿਆ ਮਤਲਬ ਇਹਦੇ ਵਿਚਕਾਰ ਦਾ ਪਹਿਲਾਂ ਇੱਥੋਂ ਤੱਕ ਸੀ ਤੇ ਉਹਨਾਂ ਦਾ ਚਾਰਜ ਇਨਕਲੋਜ਼ਡ ਸੀਗਾ ਜਿੰਨਾ ਕਿ ਉਹਦੇ ਅਕੋਰਡਿੰਗ ਇਲੈਕਟ੍ਰਿਕ ਫੀਲਡ ਸੀ ਜਦੋਂ ਇਹ ਸਫੀਅਰ ਇੱਥੋਂ ਹੋਰ ਵਧਾਤਾ ਕਿਉਂਕਿ R ਵੱਧ ਗਿਆ ਹੋਰ ਇਲੈਕਟ੍ਰਿਕ ਫੀਲਡ ਵੱਧ ਗਈ ਹੋਰ ਇਨਕਰੀਜ਼ ਤੇ ਇੱਥੇ ਜਾ ਕੇ ਕੀ ਸਾਰੇ ਚਾਰਜ ਆ ਗਿਆ ਜੇ ਸਾਰਾ ਚਾਰਜ ਆ ਗਿਆ ਤਾਂ ਫਿਰ ਇਲੈਕਟ੍ਰਿਕ ਫੀਲਡ ਵੀ ਕੀ ਆ ਗਈ ਮੈਕਸਿਮਮ ਕਦੋਂ ਜਦੋਂ R ਡੈਸ਼ ਕਿਸ ਦੇ ਬਰਾਬਰ ਹੋ ਗਿਆ R ਦੇ ਮੀਨ ਦਾ R ਕਿਹਦੇ ਬਰਾਬਰ ਹੋ ਗਿਆ ਕੈਪੀਟਲ R ਦੇ ਉਸ ਤੋਂ ਬਾਅਦ ਸੇਮ ਉਹੀ ਚੀਜ਼ ਹੈ ਜਿਵੇਂ ਪੁਰਾਣਾ ਕੇਸ ਸੀਗਾ ਕਿ ਇਨਕਰੀਜ਼ ਹੋਣ ਦੇ ਨਾਲ ਨਾਲ ਕੀ ਹੋਊਗਾ ਇਲੈਕਟ੍ਰਿਕ ਫੀਲਡ ਡਿਕਰੀਜ਼ ਹੁੰਦੀ ਜਾਏਗੀ ਇੱਥੇ ਵਾਲੇ ਕੇਸ ਕੀ ਸੀ ਇਲੈਕਟ੍ਰਿਕ ਫੀਲਡ ਡਾਇਰੈਕਟਲੀ ਪ੍ਰੋਪੋਰਸ਼ਨਲ ਸੀ R ਡੈਸ਼ ਤੇ ਇੱਥੇ ਇਲੈਕਟ੍ਰਿਕ ਫੀਲਡ ਕਦੋਂ ਆਈ ਹੈ ਜਦੋਂ R ਕਿਹਦੇ ਬਰਾਬਰ ਹੋ ਗਿਆ ਸੀ ਕੈਪੀਟਲ R ਸੋ ਇਹ ਸੀ ਬੇਟਾ ਸਾਡੇ ਕੋਲ ਅੱਜ ਦਾ ਲੈਕਚਰ ਜੋ ਸਮਝਿਆ ਜੋ ਪੜਾਇਆ ਉਮੀਦ ਹੈ ਤੁਹਾਨੂੰ ਸਭ ਨੂੰ ਸਮਝ ਆਇਆ ਹੋਊਗਾ ਕੁਝ ਚੀਜ਼ਾਂ ਸਾਡੇ ਕੋਲ ਵੀ ਬੇਟਾ 19 ਨਾਲ ਛੁੱਟ ਜਾਂਦੀਆਂ ਨੇ ਜੋ ਕਨਸੈਪਟ ਸਾਡੇ ਕੋਲ ਰਹਿ ਜਾਂਦੇ ਨੇ ਉਸ ਨੂੰ ਤੁਸੀਂ ਜਿਵੇਂ ਮਰਜ਼ੀ ਸਾਡੇ ਕੋਲ ਚਾਹੋ ਪੁੱਛਣਾ ਤਾਂ ਕਮੈਂਟ ਸੈਕਸ਼ਨ ਵਿੱਚ ਜਾ ਕੇ ਤੁਸੀਂ ਦੱਸ ਸਕਦੇ ਹੋ ਪੁੱਛ ਸਕਦੇ ਹੋ ਅਸੀਂ ਹਰ ਹੈਲਪ ਕਰਨ ਨੂੰ ਤੁਹਾਡੀ ਤਿਆਰ ਹਾਂ ਔਰ ਜਿੰਨਾ ਕਰਾਇਆ ਜਾਂਦਾ ਉਹਨੂੰ ਚੰਗੀ ਤਰ੍ਹਾਂ ਪੜੋ ਸਟੱਡੀ ਕਰੋ ਅਭੀ ਜਿੰਨਾ ਹੋ ਚੁੱਕਾ ਹੈ ਇਸ ਤੋਂ ਬਾਅਦ ਇੱਕ ਦੋ ਐਪਲੀਕੇਸ਼ਨਸ ਹੋਰ ਰਹਿ ਗਈਆਂ ਇਸ ਦੇ ਨਾਲ ਜੋ NCERT ਦਾ ਫਸਟ ਚੈਪਟਰ ਹੈ ਸਾਡੇ ਕੋਲ ਫੀਲਡ ਐਂਡ ਚਾਰजेस ਵਾਲਾ ਉਸ ਦੇ ਕੁਐਸਚਨਸ ਤੁਸੀਂ ਸਟਾਰਟ ਕਰ ਸਕਦੇ ਹੋ ਪੂਰੇ ਚੰਗੀ ਤਰ੍ਹਾਂ ਸੋਲਵ ਹੋਣਗੇ ਔਰ ਦਿਮਾਗ ਦੇ ਵਿੱਚ ਕਨਸੈਪਟ ਲਗਾ ਕੇ ਕਰਨਾ ਚੀਜ਼ਾਂ ਆਪਣੇ ਆਪ ਸੋਲਵ ਹੋਣਗੀਆਂ ਠੀਕ ਹੈ ਸਕਰੀਨਸ਼ਾਟ ਤੁਸੀਂ ਇਸ ਦਾ ਲਓ ਕਾਫੀ ਟਾਈਮ ਹੋ ਚੁੱਕਾ ਹੈ ਅੱਜ ਦੀ ਆਪਾਂ ਕਲਾਸ ਇੱਥੇ ਓਵਰ ਕਰਦੇ ਹਾਂ ਔਰ ਲਾਸਟ ਵਾਰੀ ਜਾਂਦੇ ਅਗਰ ਤੁਹਾਨੂੰ ਸਾਡਾ ਜੋ ਅੱਜ ਦਾ ਲੈਕਚਰ ਹੈ ਵੀ ਪਸੰਦ ਆਇਆ ਹੋਊਗਾ ਤਾਂ ਪਲੀਜ਼ ਬੇਟਾ ਜੋ ਸਾਡਾ ਚੈਨਲ ਹੈ ਇਸ ਨੂੰ ਸਬਸਕ੍ਰਾਈਬ ਵੀ ਕਰੋ ਔਰ ਜਿੰਨਾ ਹੋ ਸਕੇ ਉਹਨਾਂ ਸ਼ੇਅਰ ਕਰੋ ਫਿਰ ਜੋ ਆਪਾਂ ਲਾਈਨ ਬੋਲਦੇ ਆ ਤੁਹਾਡੇ ਨਾਲ ਅਸੀਂ ਆ ਸੋ ਪਲੀਜ਼ ਤੁਸੀਂ ਥੋੜਾ ਸਾਡੇ ਨਾਲ ਕੋਆਪਰੇਟ ਕਰੋ ਅਸੀਂ ਤੁਹਾਡੇ ਨਾਲ ਕਰਨੇ ਆ ਔਰ ਵੀਡੀਓਜ਼ ਨੂੰ ਦੇਖਦੇ ਰਹੋ ਪਸੰਦ ਆਉਂਦੀਆਂ ਨੇ ਲਾਈਕ ਕਰਨਾ ਸ਼ੇਅਰ ਕਰਨਾ that's it from my side और इसका स्क्रीनशॉट लो बाय टेक केयर हैव अ स्वीट ड्रीम्स